परम सत्कारयोग उपस्थित साध संगत जी, सब अपनी अपनी रसना ਨੂੰ ਪਵਿੱਤਰ ਕਰੀਏ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਇੱਕ ਵਾਰ ਫਿਰ ਯਾਦ ਕਰੀਏ ਉਸ ਨਾਮਧਾਰੀ ਹਿਰਦੇ ਸਮਰਾਟ ਸਤਿਗੁਰੂ ਨੂੰ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਹਾਜ਼ਰਾ ਹਜ਼ੂਰ ਵਕਤ ਦੇ ਮਾਲਕ ਨੂੰ ਯਾਦ ਕਰੋ। ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਆਪ ਜੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਲੜੀਬੱਧ ਸਰਵਣ ਕਰ ਰਹੇ ਸੀ। ਇਤਿਹਾਸ ਇੱਥੇ ਪਹੁੰਚ ਚੁੱਕਾ ਹੈ। ਸਤਿਗੁਰੂ ਰਾਮ ਸਿੰਘ ਜੀ ਲੁਧਿਆਣੇ ਤੋਂ ਸਪੈਸ਼ਲ ਟ੍ਰੇਨ ਦੇ ਰਾਹੀਂ ਇਲਾਹਾਬਾਦ ਪ੍ਰਯਾਗਰਾਜ ਭੇਜ ਦਿੱਤੇ ਨੇ। ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਸੂਬੇ ਸਾਹਿਬਾਨ ਵੀ ਇਕੱਤਰ ਕਰਕੇ ਉੱਥੇ ਭੇਜ ਦਿੱਤੇ ਨੇ। ਜਿਹੜਾ ਸਤਿਗੁਰੂ ਰਾਮ ਸਿੰਘ ਜੀ ਇਲਾਹਾਬਾਦ ਕਿਲ੍ਹੇ ਵਿੱਚ ਭੇਜੇ ਗਏ ਸਨ, ਜਦੋਂ ਅਸੀਂ ਸਰਕਾਰੀ ਦਰਬਾਰੇ ਦੀਆਂ ਚਿੱਠੀਆਂ ਪੜ੍ਹਦੇ ਹਾਂ, ਸਰਕਾਰ ਦੀ ਖੋਜ ਪੜ੍ਹਦੇ ਹਾਂ, ਪੁਲਿਸ ਅਫਸਰ ਜਿਹੜੇ ਨੇ ਉਹਨਾਂ ਦੀਆਂ ਟਿੱਕਾ ਟਿੱਪਣੀਆਂ ਪੜ੍ਹਦੇ ਹਾਂ, ਉਹ ਸਤਿਗੁਰੂ ਰਾਮ ਸਿੰਘ ਜੀ ਦੇ ਉੱਤੇ ਕੋਈ ਵੀ ਦੋਸ਼ ਨਹੀਂ ਲਾ ਸਕੇ। ਇਸ ਕਰਕੇ ਜਿਹੜਾ ਰਾਏਕੋਟ ਦਾ ਸਾਕਾ ਸੀ, ਉਹਦੇ ਵਿੱਚ ਵੀ ਸਤਿਗੁਰੂ ਰਾਮ ਸਿੰਘ ਜੀ ਨੂੰ ਬਸੀ ਜਦੋਂ ਉੱਥੇ ਕੇਸ ਚੱਲਿਆ, ਸਤਿਗੁਰੂ ਰਾਮ ਸਿੰਘ ਨੂੰ ਸੱਦਿਆ ਗਿਆ, ਉੱਥੇ ਸ਼ਨਾਖਤ ਕਰਾਈ ਗਈ ਕਿ ਤੁਸੀਂ ਇਹ ਸਿੱਖਾਂ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ, ਇਹ ਤੁਹਾਡੇ ਕੋਲ ਭੈਣੀ ਸਾਹਿਬ ਆਏ ਸਨ ਕਿ ਨਹੀਂ। ਖੈਰ, ਮਲੇਰਕੋਟਲੇ ਦਾ ਸਾਕੇ ਮਲੌਦ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੂੰ ਸੱਦਿਆ ਗਿਆ। ਇਹ ਸਾਰੇ ਕੇਸ ਵਿੱਚ ਸਤਿਗੁਰੂ ਰਾਮ ਸਿੰਘ ਜੀ 'ਤੇ ਅੰਗਰੇਜ਼ ਸਿੱਧੇ ਤੌਰ 'ਤੇ ਕੋਈ ਵੀ ਜ਼ੁਲਮ ਸਾਬਤ ਨਾ ਕਰ ਸਕੇ। ਇਸ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕਿਸੇ ਵੀ ਬੰਦੇ 'ਤੇ ਅਸੀਂ ਸਿੱਧਾ ਜ਼ੁਲਮ ਨਹੀਂ ਸਾਬਤ ਕਰ ਪਾ ਰਹੇ, ਇਸ ਕਰਕੇ ਉਹਨਾਂ ਨੇ ਇੱਕ ਲਾਅ ਬਣਾਇਆ ਸੀ ਜਿਸ ਨੂੰ ਕਿਹਾ ਜਾਂਦਾ ਸੀਗਾ ਬੰਗਾਲ ਰੈਗੂਲੇਸ਼ਨ ਐਕਟ 1818 ਦੀ ਧਾਰਾ ਨੰਬਰ 3। ਉਹਦੇ ਤਹਿਤ ਉਹ ਕਿਸੇ ਨੂੰ ਵੀ ਨਜ਼ਰਬੰਦ ਕਰ ਸਕਦੇ ਨੇ, ਗ੍ਰਿਫਤਾਰ ਕਰ ਸਕਦੇ ਸਨ। ਉਹਦੀਆਂ 5 ਸ਼ਰਤਾਂ ਹੁੰਦੀਆਂ ਸਨ। ਜਿਸ ਵਿਅਕਤੀ ਉੱਤੇ ਸਧਾਰਨ ਕਾਨੂੰਨ ਅਨੁਸਾਰ ਮੁਕੱਦਮਾ ਨਾ ਚਲਾਇਆ ਜਾ ਸਕੇ, ਜਾਂ ਗਵਾਹੀਆਂ ਦੀ ਅਣਹੋਂਦ ਜਾਂ ਹੋਰ ਕਿਸੇ ਕਾਰਨ ਉਸ ਨੂੰ ਬੰਗਾਲ ਰੈਗੂਲੇਸ਼ਨ ਐਕਟ 1818 ਦੀ ਧਾਰਾ 3 ਦੇ ਅਧੀਨ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਵੀ ਜੇ ਉਹਨੂੰ ਕਿਸੇ ਵੀ ਤਰੀਕੇ ਕੋਰਟ ਵਿੱਚ ਨਹੀਂ ਸਾਬਤ ਕਰ ਸਕਦੇ, ਅਸੀਂ ਫਿਰ ਵੀ ਉਹਨੂੰ ਅਰੈਸਟ ਕਰ ਸਕਦੇ ਹਾਂ। ਅਜਿਹੇ ਸ਼ਾਹੀ ਜਾਂ ਰਾਜਸੀ ਕੈਦੀ ਦੀ ਪਦਵੀ ਦੇ ਰੁਤਬੇ ਅਨੁਸਾਰ ਉਸ ਦਾ ਖਿਆਲ ਰੱਖਣਾ ਜ਼ਰੂਰੀ ਹੈ। ਉਸੇ ਅਨੁਸਾਰ ਹੀ ਉਸ ਦਾ ਖਰਚਾ ਬਣ ਦੇਣਾ ਚਾਹੀਦਾ ਹੈ ਅਤੇ ਉਸ ਦੀਆਂ ਸਹੂਲਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਜਿਸ ਜ਼ਿਲ੍ਹਾ ਅਧਿਕਾਰੀ ਜਾਂ ਹੋਰ ਉਚੇਰੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਉਸ ਨੂੰ ਰੱਖਿਆ ਜਾਵੇ, ਉਹ ਉਸ ਦੀ ਸਿਹਤ ਅਤੇ ਸਹੂਲਤਾਂ ਬਾਰੇ ਹਰ ਸਾਲ 1 ਜਨਵਰੀ ਜਾਂ 1 ਜੁਲਾਈ ਨੂੰ ਰਿਪੋਰਟ ਕਰੇ ਅਤੇ ਸਮੇਂ-ਸਮੇਂ ਸਿਰ ਉਸ ਨੂੰ ਮਿਲ ਕੇ ਉਸ ਦੀ ਸਿਹਤ ਦਾ ਧਿਆਨ ਲੈਂਦਾ ਰਹੇ। ਇਹ ਸਾਰੇ ਚੀਜ਼ ਦੀ ਰਿਪੋਰਟ ਉਹ ਕਰਦਾ ਰਹੇ। ਜਿੰਨਾ ਚਿਰ ਉਸ ਕੈਦੀ ਦੀ ਉਸ ਦੀ ਕੋਈ ਵੀ ਜਾਇਦਾਦ ਜੋ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲਈ ਹੋਈ ਹੈ, ਨਾ ਉਸ ਨੂੰ ਵੇਚ ਸਕਦੀ ਹੈ, ਨਾ ਉਸ 'ਤੇ ਕਿਸੇ ਹੋਰ ਨੂੰ ਅਧਿਕਾਰ ਦੇ ਸਕਦੀ ਹੈ। ਸਗੋਂ ਸਰਕਾਰੀ ਅਧਿਕਾਰੀ ਉਸ ਦਾ ਪੂਰਾ ਖਿਆਲ ਰੱਖਣ, ਹਿਸਾਬ ਕਿਤਾਬ ਰੱਖਣ। ਇਸ ਬਾਰੇ ਰਿਪੋਰਟਾਂ ਸਰਕਾਰ ਹਿੰਦ ਨੂੰ ਨਿਯਮਿਤ ਰੂਪ ਵਿੱਚ ਮਿਲਣੀਆਂ ਚਾਹੀਦੀਆਂ ਹਨ। ਇਹਦੀ ਸਮੇਂ-ਸਮੇਂ ਇਸ ਕਰਕੇ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਜਿਹੜੇ 10 ਸੂਬੇ ਸਨ, ਉਹਨਾਂ ਨੂੰ ਲੈ ਕੇ ਗਏ ਸਨ ਫੜ ਕੇ ਅੰਗਰੇਜ਼। ਕਿਸੇ ਦੇ ਉੱਤੇ ਵੀ ਕੋਈ ਵੀ ਉਹ ਜ਼ੁਲਮ ਸਾਬਤ ਨਹੀਂ ਕਰ ਸਕੇ ਸਨ। ਸਿਰਫ ਉਹਨਾਂ ਨੂੰ ਸ਼ਾਹੀ ਕੈਦੀ ਦੇ ਤੌਰ 'ਤੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਦੇ ਨਾਲ ਪ੍ਰਯਾਗਰਾਜ ਕਿਲ੍ਹੇ ਵਿੱਚ ਪਹੁੰਚ ਗਏ ਨੇ, ਉੱਥੇ ਸਾਰੇ ਸੂਬੇ ਇਕੱਤਰ ਹੋ ਗਏ। ਜਿਹੜਾ ਉੱਥੋਂ ਦਾ ਸੁਪਰਡੈਂਟ ਸੀ ਉਸ ਕਿਲ੍ਹੇ ਦਾ, ਉਸ ਨੂੰ ਇਹ ਸੁਨਾਹ ਆਇਆ ਸੀ ਲੁਧਿਆਣੇ ਵੱਲੋਂ, ਅੰਬਾਲੇ ਵੱਲੋਂ, ਕਿ ਤੁਸੀਂ ਇਹਨਾਂ ਨੂੰ ਫਾਂਸੀ ਲਾ ਦਿਓ। ਇਹ ਸੁਨਾਹ ਦੀ ਪਰਚੀ ਉਹਦੇ ਕੋਲ ਐਜ਼ ਏ ਰਿਟਨ ਪ੍ਰੂਫ ਉਹਦੇ ਕੋਲ ਸੀ, ਪਰ ਉਹਨੇ ਸੋਚਿਆ ਕਿ ਮੈਂ ਜਦੋਂ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕੀਤੇ, ਸਿੱਖ ਉੱਥੇ ਰਹੇ, ਉਹਨਾਂ ਦਾ ਚਾਲ ਚੱਲਣ ਦੇਖਿਆ, ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ,
ਭਜਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਸ਼ਬਦ ਕੀਰਤਨ ਕਰਨਾ ਆ, ਕਿਸੇ ਨੂੰ ਮਾੜਾ ਨਹੀਂ ਬੋਲਣਾ। ਜਦੋਂ ਇਸ ਤਰ੍ਹਾਂ ਦੀ ਕਾਰਵਾਈ ਦੇਖੀ ਤੇ ਉਹਦਾ ਮਨ ਜਿਹੜਾ ਸੀ ਉਹ ਮੋਹਿਆ ਗਿਆ। ਉਹ ਕਹਿਣ ਲੱਗਾ ਕਿ ਇਹਨਾਂ ਦੇ ਉੱਤੇ ਤੇ ਝੂਠੀ ਤੋਹਮਤ ਲਾਈ ਗਈ ਹੈ। ਮੈਂ ਓਨਾ ਚਿਰ ਇਹਨਾਂ ਨੂੰ ਸਜ਼ਾ ਨਹੀਂ ਦੇਣੀ ਜਿੰਨਾ ਚਿਰ ਕਰਨਲ ਬੇਲੀ ਨੂੰ ਮੈਂ ਆਪ ਸੱਦ ਕੇ ਨਹੀਂ ਪੁੱਛ ਲੈਂਦਾ। ਜਦੋਂ ਉਹਨੇ ਸੁਨੇਹਾ ਭੇਜਿਆ ਕਿ ਕਰਨਲ ਬੇਲੀ ਜਿਹੜਾ ਸੀ ਉਹ ਮੈਨੂੰ ਇੱਥੇ ਆਣ ਕੇ ਮਿਲੇ, ਉਹ ਪ੍ਰਾਗਰਾਜ ਵਿੱਚ ਆਣ ਕੇ ਕਰਨਲ ਬੇਲੀ ਮਿਲਦਾ ਹੈ। ਉਹ ਕਰਨਲ ਬੇਲੀ ਨੂੰ ਸੁਪਰਡੈਂਟ ਪੁੱਛਦਾ, ਜੇਲ੍ਹ ਦਾ ਜਿਹੜਾ ਇੰਚਾਰਜ ਸੀ, ਉਹ ਇਹ ਗੱਲ ਪੁੱਛਦਾ ਹੈ ਕਿ ਤੂੰ ਨਾਮਧਾਰੀ ਤੂੰ ਭੈਣੀ ਸਾਹਿਬ ਗਿਆ ਸੀ, ਉੱਥੇ ਕੀ ਹੋਇਆ, ਤੂੰ ਦੱਸ। ਹੁਣ ਜਦੋਂ ਸਾਧ ਸੰਗਤ ਜੀ, ਮੈਂ ਕੱਲ੍ਹ ਅਰਜ਼ ਕੀਤੀ ਸੀ ਵੀ ਜਦੋਂ ਕਰਨਲ ਬੇਲੀ ਭੈਣੀ ਸਾਹਿਬ ਆਇਆ ਸੀ, ਤੋਪਾਂ ਲੈ ਕੇ ਤੋਪਾਂ ਉਹਨੇ ਕੁਹਾੜੇ ਛੱਡ ਦਿੱਤੀਆਂ। ਫਿਰ ਉਹਨਾਂ ਆਣ ਕੇ ਸਾਰੇ ਸਿੰਘਾਂ ਨੂੰ ਫੜ ਲਿਆ ਅਤੇ ਬਾਹਰ ਕਾਲਬੁੰਗੀ ਵਾਲੀ ਸੜਕ 'ਤੇ ਬਿਠਾ ਦਿੱਤਾ ਸੀ। ਕਿਸੇ ਵੀ ਸਿੱਖ ਕੋਲੋਂ ਕੋਈ ਸ਼ਸਤਰ ਜਾਂ ਕੋਈ ਹਥਿਆਰ ਨਹੀਂ ਨਿਕਲਿਆ ਅਤੇ ਸਾਰੇ ਸਿੱਖ ਰਸਨਾ ਹਿਲਾ ਕੇ ਭਜਨ ਕਰ ਰਹੇ ਸਨ ਜਾਂ ਸਿੱਖਾਂ ਕੋਲੋਂ ਮਾਲਾਂ ਮਿਲੀਆਂ ਸਨ। ਜਦੋਂ ਇਸ ਤਰ੍ਹਾਂ ਦਾ ਕਰਨਲ ਬੇਲੀ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਸੀ, ਉਹੀ ਹੁਣ ਹਾਲ ਉਹ ਉਸ ਨੂੰ ਦੱਸ ਰਿਹਾ ਹੈ ਕਿ ਮੈਂ ਤਾਂ ਆਪਣੀ ਅੱਖਾਂ ਨਾਲ ਇਹਨਾਂ ਨੂੰ ਭਜਨ ਕਰਦਿਆਂ ਵੇਖਿਆ, ਕਿਸੇ ਕੋਲ ਕੋਈ ਸ਼ਸਤਰ ਨਹੀਂ ਵੇਖਿਆ, ਕਿਸੇ ਨੇ ਮੈਨੂੰ ਮਾੜਾ ਸ਼ਬਦ ਨਹੀਂ ਬੋਲਿਆ, ਇੱਥੋਂ ਤੱਕ ਕਿ ਕਿਸੇ ਨੇ ਤਾਂ ਮੈਨੂੰ ਅੱਖਾਂ ਕੱਢ ਕੇ ਨਹੀਂ ਵੇਖਿਆ। ਇਹ ਤਾਂ ਸਾਧੂ ਸੁਭਾਅ ਵਾਲੇ ਲੋਕ ਨੇ, ਇਹ ਤਾਂ ਇਹਨਾਂ ਦੇ ਉੱਤੇ ਤੋਹਮਤ ਲੱਗੀ ਹੈ। ਮੈਨੂੰ ਨਹੀਂ ਪਤਾ ਕਿ ਅੰਬਾਲੇ ਦੇ ਕਮਿਸ਼ਨਰ ਨੇ ਅਤੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਕਾਮਨ ਨੇ ਕਿਉਂ ਇਹਨਾਂ ਨਾਲ ਇਸ ਤਰ੍ਹਾਂ ਕੀਤਾ। ਜਦੋਂ ਇਹ ਗੱਲ ਹੋਈ ਤਾਂ ਜਿਹੜਾ ਪ੍ਰਾਗਰਾਜ ਦਾ ਸੁਪਰਡੈਂਟ ਸੀ, ਉਹਨੇ ਉਹ ਜਿਹੜਾ ਕਾਗਜ਼ ਉਹਦੇ ਕੋਲ ਆਇਆ ਸੀ, ਉਹਨੇ ਉਹਨੂੰ ਕੱਢ ਕੇ ਜੇਬ 'ਚੋਂ ਪਾੜ ਕੇ ਸੁੱਟ ਦਿੱਤਾ ਕਿ ਮੈਂ ਇਹਨਾਂ ਨੂੰ ਫਾਂਸੀ ਨਹੀਂ ਲਾਵਾਂਗਾ, ਐਸੇ ਸਾਧੂਆਂ ਨੂੰ, ਮਹਾਂਪੁਰਸ਼ਾਂ ਨੂੰ। ਇਹ ਉਹਦੇ ਮਨ ਵਿੱਚ ਸੀ। ਸਾਧ ਸੰਗਤ ਜੀ, ਪਿੱਛੋਂ ਆਰਡਰ ਇਹ ਸਨ ਕਿ ਇਹ ਸ਼ਾਹੀ ਕੈਦੀ ਨੇ, ਜੋ ਵੀ ਰਸਤ ਮੰਗਣ, ਜੋ ਇਹਨਾਂ ਨੂੰ ਚਾਹੀਦਾ ਹੋਵੇ ਉਹ ਇਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ। ਉਹ ਸੁਪਰਡੈਂਟ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਅਨੁਸਾਰ ਜੋ ਹੁਕਮ ਹੁੰਦਾ ਸੀ, ਰਸਤ ਲਿਆ ਕੇ ਦਿੰਦਾ ਸੀ। ਭਾਈ ਨਾਨੂ ਸਿੰਘ ਜੀ ਉਸ ਰਸਤ ਨਾਲ ਲੰਗਰ ਤਿਆਰ ਕਰਦੇ ਸਨ। ਜਲ ਮਿਲਦਾ ਸੀ, ਜਲ ਦੇ ਨਾਲ ਸਭ ਦਾ ਇਸ਼ਨਾਨ ਕਰਾਉਣਾ। ਭਾਈ ਨਾਨੂ ਸਿੰਘ ਜੀ ਇੱਕ ਦਿਨ ਕਿਲ੍ਹੇ ਦੇ ਬਾਹਰ ਸੈਰ ਕਰ ਰਹੇ ਸਨ, ਟਹਿਲ ਰਹੇ ਸਨ। ਇੱਕ ਅੱਗੋਂ ਗੋਰਾ ਫਰੰਗੀ ਆਇਆ, ਉਸਨੇ ਇਹ ਗੱਲ ਆਖੀ ਕਿ ਤੂੰ ਇੱਥੇ ਬੜਾ ਟਹਿਲ ਕਰ ਰਿਹਾ, ਬੜਾ ਸੈਰ ਕਰ ਰਿਹਾ, ਤੁਹਾਨੂੰ ਨਹੀਂ ਪਤਾ ਤੁਹਾਨੂੰ ਤੇ 8 ਦਿਨਾਂ ਨੂੰ ਫਾਂਸੀ ਲਾ ਦੇਣਾ ਹੈ, ਅਤੇ ਤੂੰ ਇੱਥੇ ਕਿੱਥੇ ਫਿਰਦਾ ਪਿਆ, ਬੜੇ ਨਿਰਭੈ ਹੋ ਕੇ ਫਿਰਦਾ ਪਿਆ, ਤੇਰੇ ਮੂੰਹ 'ਤੇ ਕੋਈ ਡਰ ਹੀ ਨਹੀਂ ਹੈਗਾ। ਇਹ ਗੱਲ ਉਹਦੇ ਕੋਲੋਂ ਸੁਣ ਕੇ ਭਾਈ ਨਾਨੂ ਸਿੰਘ ਨੇ ਆਣ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਅਰਜ਼ ਕੀਤੀ ਕਿ ਮੈਨੂੰ ਗੋਰਾ ਫਰੰਗੀ ਬਾਹਰ ਅਫਸਰ ਮਿਲਿਆ ਸੀ, ਉਸਨੇ ਇਹ ਗੱਲ ਆਖੀ ਹੈ ਕਿ ਤੁਹਾਨੂੰ ਫਾਂਸੀ ਲਾ ਦੇਣਾ ਹੈ। ਜਿਹੜਾ ਲਾਰਡ ਮੈਓ ਸੀਗਾ, ਉਹ ਆਪਣਾ ਹਿੰਦੁਸਤਾਨ ਦਾ ਲਾਰਡ ਸੀ, ਉਹ ਹੁਣ ਇਸ ਟਾਈਮ ਅੰਡੇਮਾਨ ਨਿਕੋਬਾਰ ਚੱਲਿਆ। ਜਦੋਂ ਉਹ ਉੱਥੋਂ ਵਾਪਸ ਆਏਗਾ ਤਾਂ ਉਹ ਤੁਹਾਨੂੰ ਆਣ ਕੇ ਫਾਂਸੀ ਲਾ ਦੇਵੇਗਾ। ਇਹ ਜਦੋਂ ਉਹਨੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਅਰਜ਼ ਕੀਤੀ ਅਤੇ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ, ਉਹ ਵਾਪਸ ਆਏਗਾ ਅਤੇ ਤਾਂ ਹੀ ਸਾਨੂੰ ਫਾਂਸੀ ਲਾਏਗਾ ਨਾ, ਉੱਧਰ ਦਾ ਉੱਧਰ ਹੀ ਸਾਂਭਿਆ ਜਾਏਗਾ। ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਦਿੱਤਾ ਉਸ ਵਾਸਤੇ, ਅਤੇ ਨਾਲ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਰੋਜ਼ 25 ਪਾਠ ਜਪਜੀ ਸਾਹਿਬ ਦੇ ਕਰਿਆ ਕਰੋ ਅਤੇ ਭਜਨ ਬਾਣੀ ਕਰੋ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਤੁਹਾਡੀ ਰੱਖਿਆ ਹੋਏਗੀ। ਹੁਣ ਸਿੰਘ ਜਿਹੜੇ ਸੀ, ਰੋਜ਼ ਸੂਬੇ ਸਾਹਿਬਾਨ ਜਿਹੜੇ ਸਨ, ਉਹ 25 ਪਾਠ ਰੋਜ਼ ਜਪਜੀ ਸਾਹਿਬ ਦੇ ਕਰਨ ਲੱਗੇ। ਭਾਈ ਨਾਨੂ ਸਿੰਘ ਨੇ ਅਰਜ਼ ਕੀਤੀ, ਮੈਂ ਰੋਜ਼ ਲੰਗਰ ਤਿਆਰ ਕਰਦਾ, ਇਸ਼ਨਾਨ ਕਰਾਉਣਾ, ਬਸਤਰ ਧੋਣਾ, ਮੈਨੂੰ ਕੰਮ ਬਹੁਤ ਹੁੰਦਾ ਹੈ, ਮੇਰੇ ਤੋਂ ਇੰਨਾ ਪਾਠ ਨਹੀਂ ਹੁੰਦਾ, ਮੇਰੇ ਵਾਸਤੇ ਕੀ ਹੁਕਮ ਹੈ। ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ, ਤੈਨੂੰ ਮਾਫ ਹੈ ਸਾਰਾ ਕੁਝ, ਤੇਰੇ ਵੰਡੇ ਦਾ ਵੀ ਅਸੀਂ ਕਰਾਂਗੇ, ਤੂੰ ਸਾਰਿਆਂ ਦੀ ਸੇਵਾ ਕਰਦਾ, ਟਹਿਲ ਕਰਦਾ, ਤੈਨੂੰ ਮਾਫ ਆ, ਤੇਰੇ ਵੰਡੇ ਦਾ ਅਸੀਂ ਕਰਿਆ ਕਰਾਂਗੇ। ਸਾਧ ਸੰਗਤ ਜੀ, ਗੁਲ ਖਾਂ ਪਠਾਨ ਜਿਹੜਾ ਸੀ, ਉਹ ਅੰਡੇਮਾਨ ਨਿਕੋਬਾਰ ਜੇਲ੍ਹ ਵਿੱਚ, ਉੱਥੇ ਜੇਲ੍ਹ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹ ਟਾਪੂ ਸੀ ਅੰਡੇਮਾਨ ਨਿਕੋਬਾਰ, ਉਹਨੂੰ ਕਾਲੇ ਪਾਣੀ ਦੀ ਸਜ਼ਾ ਆਖਿਆ ਜਾਂਦਾ ਸੀ। ਉੱਥੇ ਜਿਸ ਕੈਦੀ ਨੂੰ ਲਿਜਾਇਆ ਜਾਂਦਾ ਸੀ, ਘੱਟੋ ਘੱਟ ਉਹਦੀ ਉਮਰ ਕੈਦ ਦੇ ਕੈਦੀ ਨੂੰ 20 ਸਾਲ ਜਿਹਨੇ ਰਹਿਣਾ ਹੋਵੇ, ਘੱਟੋ ਘੱਟ ਉਹ ਕੈਦੀ ਜਾਂਦੇ ਸਨ। ਉੱਥੇ ਕੈਦੀ ਕੰਮ ਕਰਦੇ ਸਨ, ਆਪਣਾ ਉਹ ਕੰਮ ਕਰਕੇ ਗੁਜ਼ਾਰਾ ਕਰਦੇ ਸਨ। ਅਤੇ ਇਸ ਦੇ ਭਰਾ ਨੇ ਗੁਲ ਖਾਂ ਦੇ ਭਰਾ ਨੇ ਅਰਜ਼ੀ ਪਾਈ ਸੀ ਕਿ ਮੇਰੇ ਭਰਾ ਨੂੰ ਛੱਡ ਦਿੱਤਾ ਜਾਵੇ ਜਾਂ ਕਿਸੇ ਛੁੱਟੀ ਕਾਰਨ ਥੋੜ੍ਹੇ ਦਿਨਾਂ ਲਈ ਉਹਨੂੰ ਵਾਪਸ ਆਉਣ ਦਿੱਤਾ ਜਾਵੇ। ਇਹ ਜਿਹੜਾ ਲਾਰਡ ਸੀ,
ਉਹ ਨਾ ਮੰਨਿਆ। ਉਹਨੇ ਕਿਹਾ ਕਿ ਇਹ ਅਰਜੀ ਖਾਰਜ ਕਰ ਦਿੱਤੀ। ਉਹਦੇ ਭਰਾ ਨੇ ਉਹਨੂੰ ਚਿੱਠੀ ਪਾਈ ਕਿ ਜਿਸ ਲਾਰਡ ਨੇ ਤੇਰੀ ਅਰਜੀ ਖਾਰਜ ਕੀਤੀ ਸੀ ਉਹ ਲਾਰਡ ਹੁਣ ਇਸ ਟਾਈਮ ਇੱਥੇ ਆਉਣ ਲੱਗਾ ਆ ਅੰਡੇਮਾਨ ਨਿਕੋਬਾਰ। ਹੁਣ ਇਸ ਤੋਂ ਅੱਗੇ ਤੂੰ ਕਰ ਲੈ, ਦੇਖ ਲੈ, ਤੂੰ ਜੋ ਕਰਨਾ ਕਰ। ਜਿਹੜਾ ਹੁਣ ਇਹ ਗੁਲਸ਼ੇਰ ਖਾਂ ਉਹਦਾ ਨਾਂ ਸੀ, ਗੁਲਸ਼ੇਰ ਖਾਂ ਨੂੰ ਪਤਾ ਲੱਗਾ ਕਿ ਲਾਰਡ ਆਇਆ ਅਤੇ ਲਾਰਡ ਜਦੋਂ ਜਹਾਜ਼ 'ਚੋਂ ਉਤਰਿਆ ਉਹਨੇ ਸਾਰੀ ਜੇਲ੍ਹ ਦਾ ਮੁਆਇਨਾ ਕੀਤਾ। ਜਦੋਂ ਉਹਨੇ ਵਾਪਸ ਜਾਣਾ ਸੀ ਅਤੇ ਉੱਥੇ ਸਿਪਾਹੀ ਬਹੁਤ ਘੱਟ ਹੁੰਦੇ ਸਨ। ਜਿਹੜੇ ਕੈਦੀ ਸਨ, ਕੈਦੀ ਹੀ ਸਮਾਨ ਜਹਾਜ਼ ਵਿੱਚੋਂ ਲਾਉਂਦੇ ਸਨ, ਰੱਖਦੇ ਸਨ। ਗੁਲ ਖਾਂ ਵੀ ਜਾ ਕੇ, ਜਿਹੜਾ ਗੁਲਸ਼ੇਰ ਖਾਂ ਸੀ, ਇਹ ਵੀ ਜਾ ਕੇ ਉਹ ਸਮਾਨ ਰੱਖਣ ਲੱਗ ਗਿਆ ਉਸ ਲਾਰਡ ਦਾ ਜਹਾਜ਼ ਦੇ ਵਿੱਚ। ਜਦੋਂ ਇਸ ਤਰ੍ਹਾਂ ਦੀ ਗੱਲ ਸਮਾਨ ਰੱਖਦਾ ਰੱਖਦਾ ਲਾਰਡ ਦੇ ਕੋਲ ਚਲਾ ਗਿਆ ਅਤੇ ਉੱਧਰੋਂ ਸ਼ਾਮ ਦਾ ਵਕਤ ਹੋਇਆ। ਜਿਹੜਾ ਸੂਰਜ ਡੁੱਬਦਾ ਅੰਡੇਮਾਨ ਨਿਕੋਬਾਰ, ਉੱਥੇ ਇੱਕ ਘਾਟ ਬਣਿਆ ਹੋਇਆ ਹੈ। ਉੱਥੇ ਜਾ ਕੇ ਜੇ ਉਸ ਸੂਰਜ ਡੁੱਬਦੇ ਦਾ ਨਜ਼ਾਰਾ ਵੇਖਿਆ ਜਾਵੇ ਉਹ ਬਹੁਤ ਹੀ ਅਦਭੁਤ ਨਜ਼ਾਰਾ ਆ। ਉਹ ਲੋਕ ਉੱਥੇ ਆਮ ਵੇਖਣ ਜਾਂਦੇ ਸਨ ਅਤੇ ਲਾਰਡ ਨੇ ਸੋਚਿਆ ਕਿ ਹੁਣ ਸੂਰਜ ਡੁੱਬਣ ਲੱਗਾ ਹੈ, ਮੈਂ ਇੱਕ ਵਾਰੀ ਉੱਥੇ ਜਾ ਕੇ ਵੇਖ ਕੇ ਫਿਰ ਜਹਾਜ਼ ਵਿੱਚ ਚੜਾਂਗਾ। ਜਹਾਜ਼ ਤੋਂ ਨਾਲ ਹੀ ਉਹ ਘਾਟ ਸੀ। ਲਾਰਡ ਉੱਧਰ ਨੂੰ ਚਲਾ ਜਾਂਦਾ ਹੈ, ਇਕੱਲਾ ਹੀ ਜਾਂਦਾ ਹੈ। ਗੁਲ ਖਾਂ ਜਿਹੜਾ ਸੀ, ਗੁਲਸ਼ੇਰ ਖਾਂ, ਉੱਥੇ ਰਸਤੇ ਵਿੱਚ ਲੁੱਕ ਕੇ ਖਲੋ ਜਾਂਦਾ ਹੈ। ਜਦੋਂ ਲਾਰਡ ਆਉਂਦਾ ਹੈ ਅਤੇ ਉਹ ਇੱਕ ਛੁਰਾ ਮਾਰਦਾ ਉਹਦੇ ਢਿੱਡ ਵਿੱਚ, ਉਹ ਲਾਰਡ ਉਸੇ ਵੇਲੇ ਡਿੱਗ ਕੇ ਪਾਣੀ ਵਿੱਚ ਡਿੱਗ ਜਾਂਦਾ ਹੈ। ਗੁਲ ਖਾਂ ਜਿਹੜਾ ਭਰ ਜਾਂਦਾ ਹੈ। ਇੱਕ ਜਹਾਜ਼ 'ਚ ਸਮਾਨ ਰੱਖ ਰਿਹਾ ਸੀ, ਸਿੱਖ ਸਿਪਾਹੀ ਸੀ, ਉਹਨੇ ਦਵਾ ਦਵ ਆਣ ਕੇ ਉਸ ਲਾਰਡ ਨੂੰ ਚੁੱਕਿਆ, ਚੁੱਕ ਕੇ ਉਹਦੇ ਢਿੱਡ ਦੇ ਉੱਤੇ ਜਿਹੜਾ ਛੁਰਾ ਮਾਰਿਆ ਸੀ, ਕੱਪੜਾ ਰੱਖਿਆ, ਉਹਨੂੰ ਬੰਨ੍ਹ ਦਿੱਤਾ। ਦਵਾ ਦਵ ਚੁੱਕ ਕੇ ਲਾਰਡ ਨੂੰ ਜਹਾਜ਼ ਵਿੱਚ ਉਹਨਾਂ ਨੇ ਰੱਖ ਲਿਆ, ਪਾ ਲਿਆ ਲੰਮੇ ਕਿ ਇਹਨੂੰ ਦਵਾ ਦਵ ਕਲਕੱਤੇ ਲਿਜਾਇਆ ਜਾਵੇ ਤਾਂ ਕਿ ਇਹਦਾ ਕੋਈ ਵਧੀਆ ਇਲਾਜ ਕੀਤਾ ਜਾ ਸਕੇ। ਨਾਲ ਜਿੰਨੀ ਕੁ ਜਹਾਜ਼ ਵਿੱਚ ਮੈਡੀਕਲ ਸਹੂਲਤ ਸੀ ਉਹਨਾਂ ਨੇ ਇੰਤਜ਼ਾਮ ਕੀਤਾ। ਪਰ ਲਾਰਡ ਨੇ ਜਾਂਦੇ ਜਾਂਦੇ ਇਹ ਗੱਲ ਲਿਖ ਦਿੱਤੀ ਕਿ ਇਸ ਥਾਂ 'ਤੇ ਸਿੱਖ ਸਿਪਾਹੀ ਚਾਹੀਦੇ ਨੇ, ਇਹ ਬਹੁਤ ਫਰਤੀਲੇ ਨੇ, ਬੜੇ ਨਿਰਭੈ ਨੇ। ਜੇ ਇੱਥੇ ਸਿੱਖ ਸਿਪਾਹੀ ਹੁੰਦੇ ਤਾਂ ਮੇਰੇ 'ਤੇ ਉਹ ਹਮਲਾ ਨਾ ਕਰ ਸਕਦਾ। ਇੱਥੇ ਜਿਹੜੇ ਦੂਸਰੇ ਸਿਪਾਹੀ ਨੇ ਉਹ ਸੁਸਤ ਨੇ, ਉਹ ਨਿਕੰਮੇ ਨੇ। ਇਹ ਗੱਲ ਲਿਖੀ ਸੀ ਲਾਰਡ ਨੇ। ਅਤੇ ਉਸ ਤੋਂ ਬਾਅਦ ਫਿਰ ਸਿੱਖਾਂ ਦੀ ਭਰਤੀ ਸ਼ੁਰੂ ਕੀਤੀ ਅੰਡੇਮਾਨ ਨਿਕੋਬਾਰ ਵਿੱਚ। ਉਹ ਲਾਰਡ ਉਸ ਦਿਨ ਮਰ ਗਿਆ ਜਹਾਜ਼ ਵਿੱਚ। ਵਾਪਸ ਉਹਦੀ ਲੋਥ ਲੈ ਕੇ, ਲਾਸ਼ ਲੈ ਕੇ ਉਹ ਕਲਕੱਤੇ ਪਹੁੰਚੇ ਜਹਾਜ਼ ਵਿੱਚ। ਹੁਣ ਜਦੋਂ ਉਹ ਲਾਰਡ ਮਰਿਆ 8 ਫਰਵਰੀ 1872 ਨੂੰ ਉਹ ਲਾਰਡ ਮਰ ਜਾਂਦਾ ਹੈ। ਜਦੋਂ ਲਾਰਡ ਮਰ ਗਿਆ, ਫਾਂਸੀ ਦੀ ਸਜ਼ਾ ਜਿਹੜੀ ਸੀ ਉਹ ਸਿੱਖਾਂ ਦੀ ਖਾਰਜ ਹੋ ਜਾਂਦੀ ਹੈ। 8ਵੇਂ ਦਿਨ ਇਹ ਸੱਚ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਜਦੋਂ ਖਬਰ ਮਿਲਦੀ ਹੈ ਕਿ ਇਹ ਹੁਣ ਫਾਂਸੀ ਦੀ ਸਜ਼ਾ ਖਾਰਜ ਹੋ ਗਈ ਹੈ, ਸਿੱਖਾਂ ਨੇ ਬੜਾ ਸੱਚ ਪਾਤਸ਼ਾਹ ਦੇ ਚਰਨਾਂ 'ਚ ਅਰਜ਼ ਕੀਤੀ ਕਿ ਆਪ ਜੀ ਬਖਸ਼ਿਸ਼ ਕੀਤੀ ਹੈ ਕਿ ਸਾਡੀ ਸਜ਼ਾ ਟਲ ਗਈ। ਫਰੰਗੀ ਆਇਆ, ਅਫਸਰ ਆਣ ਕੇ ਅਰਜ਼ ਕਰਦਾ ਹੈ। ਉਹ ਕਹਿਣ ਲੱਗਾ ਜੀ ਤੁਹਾਡੇ ਘਰ ਦੀਆਂ ਚਾਬੀਆਂ ਕਿਹਨੂੰ ਦਈਏ? ਸਤਿਗੁਰੂ ਰਾਮ ਸਿੰਘ ਜੀ ਨੇ ਪੁੱਛਿਆ ਸੂਬਿਆਂ ਨੂੰ ਵੀ ਕੀ ਕਰਨਾ ਚਾਹੀਦਾ ਆ। ਉਹਨਾਂ ਨੇ ਕਿਹਾ ਜੀ ਇਕੱਲੇ ਇਕੱਲੇ ਦੇਸ਼ ਵਿੱਚ, ਇਕੱਲੇ ਇਕੱਲੇ ਜ਼ਿਲ੍ਹੇ ਵਿੱਚ, ਇਕੱਲੀ ਇਕੱਲੀ ਥਾਵਾਂ 'ਤੇ ਮਹੰਤ ਬਣਾ ਦਿਓ ਅਤੇ ਜਿਹੜੇ ਮਹੰਤ ਨੇ ਫਿਰ ਉਹੀ ਉਹਨਾਂ ਦਾ ਸੰਗਤ ਹੁਕਮ ਮੰਨੇ ਅਤੇ ਫਿਰ ਉਹੀ ਕਾਰ ਚਲਾਉਣਗੇ ਅਤੇ ਉਹਨਾਂ ਦੇ ਅਨੁਸਾਰ ਇਸ ਤਰ੍ਹਾਂ ਆਪਣਾ ਨਾਮਧਾਰੀ ਪੰਥ ਚੱਲਦਾ ਰਹੇਗਾ। ਕਿਸੇ ਨੇ ਆਖਿਆ ਜੀ ਗੋਪਾਲ ਸਿੰਘ ਜਿਹੜਾ ਉਹ ਚਾਬੀਆਂ ਉਹਨੂੰ ਦਵਾ ਦਈਏ। ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਅਤੇ ਬਾਬਾ ਕਾਹਨ ਸਿੰਘ ਜੀ ਜਿਹੜੇ ਸਨ, ਨਿਹੰਗ ਸਿੰਘ, ਉਹਨਾਂ ਨੇ ਜਿਹੜੇ ਸੂਬੇਦਾਰ ਵੀ ਸਨ ਸਚਪਾ ਦੇ ਨਾਲ ਫੌਜ ਵਿੱਚ, ਉਹਨਾਂ ਨੇ ਅਰਜ਼ ਕੀਤੀ। ਕਹਿਣ ਲੱਗੇ ਪਾਤਸ਼ਾਹ ਤੁਹਾਡੇ ਭਰਾ ਤੋਂ ਬਿਨਾਂ ਨਹੀਂ ਇਹ ਕਿਸੇ ਨੇ ਕਾਰਜ ਸਾਂਭਣਾ। ਜਦੋਂ ਉਹਨਾਂ ਨੇ ਇਹ ਅਰਜ਼ ਕੀਤੀ ਅਤੇ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ ਮੇਰੀ ਵੀ ਇਹੀ ਰਾਏ ਹੈ ਕਿ ਮੇਰੇ ਭਰਾ ਤੋਂ ਬਿਨਾਂ ਨਹੀਂ ਕੋਈ ਸਾਂਭ ਸਕਦਾ। ਬਾਬਾ ਜਵਾਹਰ ਸਿੰਘ ਜੀ ਜਿਹੜੇ ਸਨ, ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਉਹਨਾਂ ਦਾ ਮਨ ਡੋਲ ਗਿਆ। ਉਹਨਾਂ ਨੇ ਆਖਿਆ ਵੀ ਘਰ ਵੱਲੇ ਜਾ ਪਿਆ, ਕਿਉਂਕਿ ਜਦੋਂ ਸਤਿਗੁਰੂ ਰਾਮ ਸਿੰਘ ਜੀ ਸੰਗਤ ਵਿੱਚ ਦਰਸ਼ਨ ਦਿੰਦੇ ਸਨ, ਬਿਰਾਜਮਾਨ ਨੇ ਸਤਿਗੁਰੂ ਰਾਮ ਸਿੰਘ ਜੀ, ਅਤੇ ਜੇ ਬਾਬਾ ਜਵਾਹਰ ਸਿੰਘ ਜੀ ਬਾਅਦ ਵਿੱਚ ਆਏ ਨੇ ਅਤੇ ਸੱਚ ਪਾਤਸ਼ਾਹ ਜੀ ਆਪਣੇ ਆਸਣ 'ਤੇ ਖੜ੍ਹੇ ਹੋ ਜਾਂਦੇ ਸਨ। ਉਹਨਾਂ ਦਾ ਇਸ ਤਰ੍ਹਾਂ ਸਤਿਕਾਰ ਕਰਦੇ ਸਨ ਬਾਬਾ ਜਵਾਹਰ ਸਿੰਘ ਜੀ ਦਾ। ਅਤੇ ਉਹਨਾਂ ਦੇ ਮਨ 'ਚ ਇਹ ਸੀ ਮੇਰਾ ਇੰਨਾ ਅਦਬ ਹੁੰਦਾ ਹੈ, ਇਹ ਜਿੱਦਣ ਵੀ ਕਿਤੇ ਕਾਰ ਵਰਤੇਗੀ ਇਸ ਤਰ੍ਹਾਂ ਦੀ, ਕੋਈ ਸਮਾਂ ਆਏਗਾ ਇਹ ਗੱਦੀ ਮੈਨੂੰ ਦੇ ਕੇ ਜਾਣਗੇ। ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਵਿਚਾਰ ਸੀ। ਫਿਰ ਸੱਚ ਪਾਤਸ਼ਾਹ ਜੀ ਉਹਨਾਂ ਦੇ ਮਨ ਦਾ ਸ਼ੰਕਾ ਵੀ ਦੂਰ ਕਰਦੇ ਨੇ। ਫਿਰ ਉਹ ਫਰੰਗੀ ਨੂੰ ਹੁਕਮ ਕੀਤਾ ਕਿ 2 ਜਣਿਆਂ ਨੂੰ ਇਹ ਚਾਬੀਆਂ ਦਿੱਤੀਆਂ ਜਾਣ,
ਬਾਬਾ ਜੱਸਾ ਸਿੰਘ ਜੀ, ਸਤਿਗੁਰੂ ਰਾਮ ਸਿੰਘ ਦੇ ਪਿਤਾ ਜੀ, ਅਤੇ ਮੇਰੇ ਛੋਟੇ ਭਰਾ ਭਾਈ ਬੁੱਧ ਸਿੰਘ ਨੂੰ ਚਾਬੀਆਂ ਦਿੱਤੀਆਂ ਜਾਣ। 17ਵੇਂ 18ਵੇਂ ਦਿਨ ਇਹ ਅਫਸਰ ਜਿਹੜਾ ਸੀ ਉਹ ਚਾਬੀਆਂ ਲੈ ਕੇ ਭੈਣੀ ਸਾਹਿਬ ਆਉਂਦਾ ਹੈ। ਉਹ ਆਣ ਕੇ ਕਹਿਣ ਲੱਗਾ ਬੀਬੀ ਨੰਦਾ ਨੂੰ, ਪਹਿਲਾਂ ਉਹਨੇ ਬਾਬਾ ਜੱਸਾ ਸਿੰਘ ਜੀ ਨੂੰ ਪੁੱਛਿਆ ਕਿ ਤੁਹਾਡਾ ਅਤੇ ਬਾਬਾ ਬੁੱਧ ਸਿੰਘ ਦਾ ਨਾਮ ਆਇਆ, ਕੁੰਜੀਆਂ ਤੁਹਾਨੂੰ ਦੇਣੀਆਂ ਨੇ ਸਤਿਗੁਰੂ ਰਾਮ ਸਿੰਘ ਜੀ ਵੱਲੋਂ। ਬਾਬਾ ਜੱਸਾ ਸਿੰਘ ਜੀ ਆਖਿਆ ਕਿ ਮੇਰੇ ਵੱਲੋਂ ਇਹ ਸਾਰੀ ਕਾਰ ਜਿਹੜੀ ਹੈ ਬਾਬਾ ਬੁੱਧ ਸਿੰਘ ਜੀ ਹੀ ਸਾਂਭਣਗੇ। ਬੀਬੀ ਨੰਦਾ ਨੂੰ ਪੁੱਛਿਆ, ਉਹਨੇ ਵੀ ਆਖਿਆ ਕਿ ਮੇਰੇ ਚਾਚਾ ਜੀ ਇਹੀ ਸਾਰਾ ਕੁਝ ਸਾਂਭਣਗੇ। ਮੇਰੇ ਵੱਲੋਂ ਵੀ ਲਿਖ ਕੇ ਦੇ ਦਿੱਤਾ ਕਿ ਅੱਜ ਤੋਂ ਬਾਅਦ ਬਾਬਾ ਬੁੱਧ ਸਿੰਘ ਜੀ ਜਿਹੜੇ ਨੇ ਉਹੀ ਸਾਰੇ ਡੇਰੇ ਦਾ ਪ੍ਰਬੰਧ ਦੇਖਣਗੇ, ਉਹੀ ਇਸ ਗੱਲ ਦੇ ਅੱਗੇ ਉੱਤਰਾਧਿਕਾਰੀ ਨੇ। ਹਲੇ ਸਿਰਫ ਕੁੰਜੀਆਂ ਮਿਲੀਆਂ ਨੇ, ਭਾਵ ਚਾਬੀਆਂ ਮਿਲੀਆਂ ਨੇ। ਜਿਹੜੀ ਗੱਦੀ ਹੈ ਉਹ ਹਲੇ ਸੱਚ ਪਾਤਸ਼ਾਹ ਜੀ ਫਿਰ ਪ੍ਰਦੇਸ਼ ਵਿੱਚੋਂ ਹੁਕਮਨਾਮਾ ਲਿਖ ਕੇ ਭੇਜਦੇ ਨੇ, ਉਹ ਉਦੋਂ ਮਿਲਦੀ ਹੈ। ਸਤਿਗੁਰੂ ਰਾਮ ਸਿੰਘ ਜੀ ਬੈਠਿਆਂ ਬੈਠਿਆਂ ਇੱਕ ਦਿਨ ਬਚਨ ਕੀਤਾ, ਬਾਣੀ ਬੜੀ ਚੀਜ਼ ਹੈ। ਬਾਬਾ ਜਵਾਹਰ ਸਿੰਘ ਜੀ ਬਹੁਤ ਬਾਣੀ ਦਾ ਪਾਠ ਕਰਿਆ ਕਰਦੇ ਸਨ, ਬਹੁਤ ਭਜਨ ਬੰਦਗੀ ਕਰਦੇ ਸਨ। ਜਿਹੜੇ ਸੂਬੇ ਬਾਣੀ ਪੜ੍ਹਦੇ ਸਨ ਉਹ ਬੜੇ ਖੁਸ਼ ਹੋਏ ਕਿ ਸੱਚ ਪਾਤਸ਼ਾਹ ਜੀ ਬਾਣੀ ਵਾਸਤੇ ਇੰਨਾ ਵਧੀਆ ਬਚਨ ਕੀਤਾ ਹੈ ਕਿ ਬਾਣੀ ਬੜੀ ਵਧੀਆ ਚੀਜ਼ ਹੈ, ਉੱਤਮ ਚੀਜ਼ ਹੈ। ਫਿਰ ਬਚਨ ਕੀਤਾ, ਬਾਣੀ ਵੀ ਨਾੜ ਹੈ। ਜਿਹੜੇ ਬਾਣੀ ਵੀ ਨਾੜ ਹੈ, ਇਸ ਤਰ੍ਹਾਂ ਬਚਨ ਕੀਤਾ ਅਤੇ ਫਿਰ ਨਾਲ ਹੀ ਬਚਨ ਕਰ ਦਿੱਤਾ, ਸਿੱਟਾ ਤੇ ਨਾਮ ਹੈ। ਜਦੋਂ ਸਿੱਟਾ ਨਾਮ ਵਾਸਤੇ ਆਖਿਆ ਅਤੇ ਜਿਹੜੇ ਸਿੰਘ ਭਜਨ ਬਾਣੀ ਕਰਦੇ ਸਨ ਉਹ ਬੜੇ ਖੁਸ਼ ਹੋਏ ਕਿ ਸਤਿਗੁਰਾਂ ਨੇ ਸਾਡੀ ਸੁਣੀ ਹੈ, ਭਜਨ ਬਾਣੀ ਨੂੰ ਉੱਤਮ ਦੱਸਿਆ ਬਾਣੀ ਨਾਲੋਂ ਵੀ। ਫਿਰ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ, ਨਾਮ ਵੀ ਤੋ ਹੈ। ਜਦੋਂ ਇਸ ਤਰ੍ਹਾਂ ਬਚਨ ਕੀਤਾ, ਬਾਬਾ ਜਵਾਹਰ ਸਿੰਘ ਜੀ ਅਤੇ ਜਿਹੜੇ ਹੋਰ ਸਿੱਖ ਸਨ ਉਹ ਕਹਿੰਦੇ ਵੀ ਸਾਨੂੰ ਸਿਰ 'ਚ ਪਾਣੀ ਪਾ ਕੇ ਬਾਣੀ ਪੜ੍ਹ ਕੇ ਭਜਨ ਕਰਕੇ ਇੰਨੀ ਉਮਰ ਹੋ ਗਈ ਏ, ਸਾਡਾ ਤਾਂ ਤਾਲੂ ਬੋਲ ਗਿਆ ਬਾਣੀ ਪੜ੍ਹਦਿਆਂ ਪੜ੍ਹਦਿਆਂ, ਅਤੇ ਜੇ ਇਹ ਵੀ ਤੋ ਹੈ ਤਾਂ ਫਿਰ ਸਿੱਟਾ ਕੀ ਏ। ਸੱਚ ਪਾਤਸ਼ਾਹ ਜੀ ਬਚਨ ਕਰਦੇ ਨੇ, ਬਾਬਾ ਜੀ ਬਾਣੀ ਦੀ ਲੋੜ ਆ। ਬਾਣੀ ਜਿਹੜੀ ਏ ਉਹ ਇੱਕ ਨਾੜ ਆ। ਨਾੜ ਦੇ ਰਾਹੀਂ ਜਿਹੜਾ ਇੱਕ ਕਣਕ ਦਾ ਬੂਟਾ ਹੁੰਦਾ ਹੈ, ਉਹ ਨਾੜ ਦੇ ਰਾਹੀਂ ਥੱਲਿਓਂ ਪਾਣੀ ਜਾਂਦਾ ਹੈ। ਜਿਹੜਾ ਨਾਮ ਹੈ, ਬਾਣੀ ਪੜ੍ਹ ਕੇ ਬਾਣੀ ਨਾਮ ਦੇ ਗੁਣਾਂ ਦਾ ਉਚਾਰਨ ਕਰਦੀ ਹੈ। ਜਦੋਂ ਤੁਸੀਂ ਬਾਣੀ ਨੂੰ ਪੜ੍ਹੋਗੇ ਤਾਂ ਬਾਣੀ ਤੁਹਾਨੂੰ ਨਾਮ ਵੱਲ ਲਾਏਗੀ। ਇਸੇ ਤਰ੍ਹਾਂ ਜਿਹੜਾ ਉਹ ਨਾੜ ਆ, ਉਹ ਥੱਲਿਓਂ ਜਿਹੜਾ ਬੂਟਾ ਆ ਉਹਦੇ ਵਿੱਚ ਦੀ ਪਾਣੀ ਜਾਂਦਾ ਹੈ ਅਤੇ ਉਸ ਤੋਂ ਅੱਗੇ ਆ ਜਾਂਦਾ ਹੈ ਤੋ ਜਿਹੜੀ ਇੱਕ ਛਿੱਲੜ ਹੁੰਦੀ ਹੈ ਜਿਹਦੇ ਵਿੱਚ ਉਹ ਦਾਣਾ ਪਲਦਾ ਹੈ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਜਿਹੜਾ ਨਾਮ ਆ ਉਹ ਇੱਕ ਕਵਰ ਆ। ਜਦੋਂ ਬਾਣੀ ਪੜ੍ਹ ਕੇ ਤੁਹਾਡੇ ਮਨ ਦਾ ਹੰਕਾਰ ਦੂਰ ਹੋ ਗਿਆ, ਫਿਰ ਤੁਸੀਂ ਨਾਮ ਜਪਣ ਲੱਗ ਗਏ। ਨਾਮ ਜਪਦਿਆਂ ਜਪਦਿਆਂ ਜਿਹੜਾ ਮਨ ਸੀ ਉਹ ਹੋਰ ਨਿਰਮਲ ਹੋ ਗਿਆ, ਪਰ ਮਨ ਬਾਣੀ ਪੜ੍ਹ ਕੇ ਹੰਕਾਰ ਦੂਰ ਹੋ ਗਿਆ, ਮਨ ਨਿਰਮਲ ਹੋ ਗਿਆ। ਅਸਲੀ ਚੀਜ਼ ਕੀ ਹੈ? ਜੇ ਕਣਕ ਦਾ ਬੂਟਾ ਲੱਗਾ ਆ, ਉਹਨੂੰ ਥੱਲਿਓਂ ਨਾੜ ਵੀ ਏ, ਉੱਪਰ ਤੋ ਵੀ ਏ, ਪਰ ਜਦੋਂ ਉਹਨੂੰ ਤੋੜਿਆ ਜਾਵੇ ਉਹਦੇ ਵਿੱਚੋਂ ਦਾਣਾ ਨਾ ਨਿਕਲੇ ਅਤੇ ਫਿਰ ਉਸ ਬੂਟੇ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਇਸੇ ਕਰਕੇ ਸਤਿਗੁਰੂ ਰਾਮ ਸਿੰਘ ਕਰਦੇ ਨੇ, ਜਿਹੜਾ ਨਾੜ ਆ ਉਹਦੇ ਰਾਹੀਂ ਪਾਣੀ ਜਾਏਗਾ, ਦਾਣੇ ਨੇ ਪਲਣਾ ਆ ਤੋ ਦੇ ਵਿੱਚ। ਦਾਣੇ ਤੋਂ ਭਾਵ ਦਾਣਾ ਹੈ ਸਿੱਟਾ, ਸਿਦਕ ਸੱਚ। ਜਿਹੜਾ ਦਾਣਾ ਆ ਉਹ ਸਿਦਕ ਹੈ ਕਿ ਜੇ ਨਾਮ ਬਾਣੀ ਪੜ੍ਹ ਕੇ ਨਾਮ ਜਪ ਕੇ ਤੁਹਾਨੂੰ ਆਪਣੇ ਸਤਿਗੁਰ 'ਤੇ ਸਿਦਕ ਆ ਗਿਆ, ਪੂਰਨ ਭਰੋਸਾ ਆ ਗਿਆ ਕਿ ਇਹ ਅਕਾਲ ਪੁਰਖ ਹੈ, ਅਤੇ ਫਿਰ ਤਾਂ ਇਹ ਸਾਰਾ ਕੁਝ ਸਕਾਰਥ ਹੈ, ਫਿਰ ਤਾਂ ਇਹ ਸਾਰਾ ਕੁਝ ਠੀਕ ਹੈ। ਅਤੇ ਜੇ ਬਾਣੀ ਪੜ੍ਹ ਕੇ ਨਾਮ ਜਪ ਕੇ ਮਨ 'ਚ ਕਿੰਤੂ ਪਰੰਤੂ ਆ ਗਿਆ ਅਤੇ ਬਾਣੀ ਪੜ੍ਹੀ ਅਤੇ ਨਾਮ ਜਪੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਦਾ ਬਚਨ ਸਮਝਾ ਰਹੇ ਸੀ। ਨਾਲ ਹੀ ਸੱਚ ਪਾਤਸ਼ਾਹ ਜੀ ਉੱਧਰੋਂ ਇਹ ਬਚਨ ਕਰਤਾ ਵੀ ਚਾਬੀਆਂ ਸਤਿਗੁਰੂ ਹਰੀ ਸਿੰਘ ਜੀ ਨੂੰ, ਬਾਬਾ ਬੁੱਧ ਸਿੰਘ ਜੀ ਨੂੰ ਮਿਲਣਗੀਆਂ। ਅਤੇ ਉਹ ਫਿਰ ਜਾ ਕੇ ਮਨ ਜਿਹੜੇ ਸੀ ਉਹਨਾਂ ਦੇ ਥੋੜ੍ਹੇ ਜਿਹੇ ਸ਼ਾਂਤ ਹੋਏ ਕਿ ਸਤਿਗੁਰ ਜੋ ਕਰਦੇ ਨੇ ਉਹ ਠੀਕ ਕਰਦੇ ਨੇ। ਹੁਣ ਜਿੰਨੇ ਵੀ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਸੂਬੇ ਸਾਹਿਬਾਨ ਇੱਥੇ ਇਕੱਤਰ ਕੀਤੇ ਸਨ, ਉਹ ਸਾਰਿਆਂ ਦੇ ਉੱਤੇ ਅੰਗਰੇਜ਼ਾਂ ਨੇ ਬਹੁਤ ਵੱਡੇ ਵੱਡੇ ਜ਼ੁਲਮ ਲਾਏ ਸਨ ਕਿ ਜੇ ਇਹ ਪੰਜਾਬ ਵਿੱਚ ਵਾਪਸ ਚਲੇ ਜਾਂਦੇ ਨੇ, ਇਹ ਸੰਗਤ ਨੂੰ ਬਗਾਵਤ ਕਰਦੇ ਰਹਿਣਗੇ, ਉਹਨਾਂ ਨੂੰ ਪੜ੍ਹਾਉਂਦੇ ਰਹਿਣਗੇ, ਨਾਮ ਨਿਵਰਤਨ ਦੀ ਲਹਿਰ ਸਿਖਾਉਂਦੇ ਰਹਿਣਗੇ। ਇਹ ਆਪਣੇ ਨਾਮਧਾਰੀ ਪੰਥ ਦੇ ਜਿਹੜੇ ਇਹਨਾਂ ਦੇ ਕੂਕਪੁਣਾ ਆ, ਜਿਹੜੀ ਇਹਨਾਂ ਦੇ ਅੰਦਰ ਇੱਕ ਸਪਿਰਿਟ ਪੈਦਾ ਹੋ ਰਹੀ ਹੈ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੀ, ਉਹ ਖਤਮ ਨਹੀਂ ਹੋਣ ਦੇਣਗੇ। ਇਸ ਕਰਕੇ ਉਹ ਸਾਰਿਆਂ ਨੇ ਸੂਬਿਆਂ ਨੂੰ ਫੜਿਆ ਸੀ। ਭਾਈ ਨਾਨੂ ਸਿੰਘ ਜੀ ਜਿਹੜੇ ਸਨ ਉਹ ਤਾਂ ਕੁਝ ਵੀ ਨਹੀਂ ਸਨ ਕੀਤਾ ਉਹਨਾਂ ਦਾ ਤਾਂ ਵਿਆਹ ਵੀ ਨਹੀਂ ਸੀ ਹੋਇਆ। ਸਤਿਗੁਰੂ ਰਾਮ ਸਿੰਘ ਜੀ ਦਾ ਇਦੋਂ ਪਹਿਲਾਂ ਕਿਤੇ ਵੀ ਭਾਈ ਨਾਨੂ ਸਿੰਘ ਜੀ ਬਾਰੇ ਕੋਈ ਜ਼ਿਕਰ ਨਹੀਂ ਆਉਂਦਾ।
ਨਾਨੂ ਸਿੰਘ ਜੀ ਨੂੰ ਨਾਲ ਲੈ ਕੇ ਆਏ ਨੇ। ਫਿਰ ਗੋਰੇ ਨੇ ਪੁੱਛਿਆ ਕਿ ਨਾਨੂ ਸਿੰਘ ਨੂੰ ਵੀ ਤੂੰ ਕਿਉਂ ਆਇਆ ਇੱਥੇ? ਉਹ ਕਹਿੰਦਾ ਜੀ ਮੈਂ ਤਾਂ ਇਹਨਾਂ ਦੀ ਸੇਵਾ ਕਰਨੀ, ਮੈਂ ਨਾਲ ਹੀ ਰਹਿਣਾ ਹੈ। ਫਿਰ ਉਹ ਕਹਿੰਦਾ ਜੇ ਤੂੰ ਨਾਲ ਰਹਿਣਾ ਹੈ ਤੈਨੂੰ ਲਿਖ ਕੇ ਦੇਣਾ ਪਵੇਗਾ ਕਿ ਮੈਂ ਇਹਨਾਂ ਦੇ ਨਾਲ ਰਵਾਂਗਾ। ਫਿਰ ਨਾਨੂ ਸਿੰਘ ਜੀ ਨੇ ਇੱਕ ਆਪਣੇ ਵੱਲੋਂ ਚਿੱਠੀ ਲਿਖ ਕੇ ਦਿੱਤੀ। ਉਹ ਲਿਖਦੇ ਨੇ, मैं नानू सिंह पंजाब इलाका पटियाला गांव रुड़की का रहने वाला हाल मुकाम रंगून जेल ये इकरार करता हूँ। क्योंकि मैं रंगून जेल च भेजना सी, उन्हें कहा जी मैं रंगून जेल विच जान नूं भी तैयार हाँ, मैं इस गल नूं इकरार करदा, मैनूं कोई इतराज़ नहीं, और सनदनामा भी लिख देता हूँ कि मैं सारा कुछ लिख के दे देना इस गल नूं, किस वास्ते तो ये जेल में अपनी खुशी से राजी और रजामंदी के साथ यहीं रहूँगा, कि मैं खुशी ते राजीमंदी दे नाल मैं ये जेल च अपनी मर्जी नाल जा रहा, और खिदमत तो राजा साहब अपने गुरु के हमराह बिला उजरत बतौर कैद के रहूँगा, कि मैं उन्हां दी सेवा करांगा ते उन्हां दी कैद विच उन्हां दे नाल रह के उन्हां दी सेवा करन वास्ते रहूँगा। कभी कोई बात का उजर करूँ तो बातल है, भी जे मैं कभी भी किसी गल की उजर करा कि मैनू क्यों फड़ के लिया, वो गलत गल होएगी। इस वास्ते जे सनदनामा लिख देता हूँ, लिहाजा सरकार के काम आवे। थले अंगूठा ला दिता भाई नानू सिंह जी ने। इस तरह लिख के फिर भाई नानू सिंह जी नूं नाल रहन दी परमिशन मिल गई सरकार वालों कि तुसीं सागू राम सिंह नाल रह सकते हो। एक दिन जिहड़े सूबा जवाहर सिंह जी सन, उन्होंने ने अर्ज की सतगुरु राम सिंह के चरणों में। वो कहन लगे, पातशाह कैद हो के इत्थे भी आ गए हैं, तुसीं ते कोई चमत्कार नहीं करके विखाया, कुछ करके तो विखाओ। सतगुरु राम सिंह जी बचन किया, अज तो 8वें दिन नूं मैनू लै जाणगे, उस तो बाद तुहानूं सारिआं नूं अलग अलग कर देणगे, इत्थे इकट्ठियां रहना नहीं मिलेगा। जिदन 8वां दिन आया, साध संगत जी रात नूं 9 मार्च 1872 ਨੂੰ ਅੱਧੀ ਰਾਤ ਨੂੰ ਸਤਿਗੁਰੂ ਰਾਮ ਸਿੰਘ ਜੀ ਨੂੰ ਸੁੱਤਿਆਂ ਨੂੰ ਉਠਾਲਿਆ। ਨਾਲ ਦੇ ਸਿੱਖਾਂ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਕਿ ਅਸੀਂ ਸਤਿਗੁਰੂ ਰਾਮ ਸਿੰਘ ਜੀ ਨੂੰ ਲੈ ਕੇ ਚੱਲੇ ਹਾਂ। ਉਹਨਾਂ ਨੂੰ ਅਗਲੇ ਦਿਨ ਸਵੇਰੇ ਪਤਾ ਲੱਗਾ ਕਿ ਸਤਿਗੁਰੂ ਰਾਮ ਸਿੰਘ ਜੀ ਤੇ ਹੁਣ ਸਾਡੇ ਨਾਲ ਇੱਥੇ ਰਹੇ ਹੀ ਨਹੀਂ। 9 ਤਰੀਕ ਅੱਧੀ ਰਾਤ ਨੂੰ ਲੈ ਕੇ 10 ਅੱਧੀ ਰਾਤ ਨੂੰ ਜਦੋਂ ਇਲਾਹਾਬਾਦ ਕਿਲ੍ਹੇ 'ਚੋਂ ਲੈ ਕੇ ਆਏ, ਸਟੇਸ਼ਨ 'ਤੇ ਪਹੁੰਚਦਿਆਂ 10 ਤਰੀਕ ਹੋ ਗਈ। 10 ਤਰੀਕ ਇਲਾਹਾਬਾਦ ਤੋਂ ਕਲਕੱਤੇ ਨੂੰ ਸਤਿਗੁਰੂ ਰਾਮ ਸਿੰਘ ਜੀ ਨੂੰ ਉਹ ਲੈ ਕੇ ਗਏ। ਕਲਕੱਤੇ 11 ਮਾਰਚ ਪਹੁੰਚ ਗਏ ਸਤਿਗੁਰੂ ਰਾਮ ਸਿੰਘ ਜੀ। 11 ਮਾਰਚ ਸ਼ਾਮ ਨੂੰ ਕਲਕੱਤੇ ਤੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਸਮੁੰਦਰੀ ਜਹਾਜ਼ ਰਾਹੀਂ ਰੰਗੂਨ ਲੈ ਕੇ ਗਏ। ਸਤਿਗੁਰੂ ਰਾਮ ਸਿੰਘ ਜੀ ਰੰਗੂਨ ਚਲੇ ਗਏ, ਜਿਸ ਬਾਰੇ ਹਲੇ ਕਿਸੇ ਨੂੰ ਵੀ ਕੁਝ ਨਹੀਂ ਪਤਾ। ਹੁਣ ਇੱਧਰ ਜਿਹੜੇ ਬਾਬਾ ਜਵਾਹਰ ਸਿੰਘ ਜੀ, ਜਿਹੜੇ ਜਿੰਨੇ ਵੀ ਸੂਬੇ ਸਨ, ਉਹ ਇੱਥੇ ਇਲਾਹਾਬਾਦ ਵਿੱਚ ਹੀ ਹਲੇ ਰਹਿ ਰਹੇ ਨੇ। ਇਹਨਾਂ ਨੂੰ ਬਾਬਾ ਜਵਾਹਰ ਸਿੰਘ ਜੀ, ਬਾਬਾ ਬ੍ਰਹਮਾ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਇਹਨਾਂ ਨੂੰ ਮੌਲਮੀਨ ਸਤਿਗੁਰੂ ਰਾਮ ਸਿੰਘ ਤੋਂ ਵੀ ਦੂਰ ਭੇਜ ਦਿੱਤਾ ਜਾਂਦਾ ਹੈ। 14 ਦਸੰਬਰ ਕਲਕੱਤੇ ਤੋਂ, ਫਿਰ 22 ਤਰੀਕ ਨੂੰ, ਪਹਿਲਾਂ 14 ਤਰੀਕ ਨੂੰ ਇਲਾਹਾਬਾਦ ਤੋਂ ਕਲਕੱਤੇ ਲਿਜਾਇਆ ਜਾਂਦਾ ਹੈ। 22 ਤਰੀਕ ਕਲਕੱਤੇ ਤੋਂ ਇਹਨਾਂ ਨੂੰ ਮੌਲਵੀਲ ਭੇਜਿਆ ਜਾਂਦਾ ਹੈ। ਮੌਲਮੀਨ ਇਹ 30 ਦਸੰਬਰ 1872 ਨੂੰ ਪਹੁੰਚਦੇ ਨੇ। ਬਾਬਾ ਪਹਾੜਾ ਸਿੰਘ ਜੀ, ਬਾਬਾ ਅਰੂੜ ਸਿੰਘ ਜੀ, ਬਾਬਾ ਮਲੂਕ ਸਿੰਘ ਜਿਹੜੇ ਸਨ, ਇਹਨਾਂ ਨੂੰ ਨਵੰਬਰ 1872 ਨੂੰ ਅਸੀਰਗੜ੍ਹ ਭੇਜ ਦਿੱਤਾ ਜਾਂਦਾ। ਕਿਉਂ ਕਿਸੇ ਨੂੰ ਪੂਰਾ ਦੱਖਣ ਵਿੱਚ, ਕਿਸੇ ਨੂੰ ਪੂਰਾ ਨਾਰਥ ਵਿੱਚ, ਓਪੋਜ਼ਿਟ ਡਾਇਰੈਕਸ਼ਨ 'ਤੇ ਬਹੁਤ ਦੂਰ ਦੂਰ ਸਿੱਖਾਂ ਨੂੰ ਇਹਨਾਂ ਨੂੰ ਸੂਬੇ ਸਾਹਿਬਾਨਾਂ ਨੂੰ ਭੇਜਿਆ ਜਾਂਦਾ। ਇਹ ਸਾਰੇ ਸੂਬੇ ਜਿਹੜੇ ਸਨ ਇਹ ਸ਼ਾਹੀ ਕੈਦੀ ਦੇ ਰੂਪ ਵਿੱਚ ਗਏ ਸਨ, ਇਹ ਸਧਾਰਨ ਕੈਦੀ ਨਹੀਂ ਸਨ। ਬਾਬਾ ਹੁਕਮਾ ਸਿੰਘ ਜੀ ਅਤੇ ਬਾਬਾ ਮਾਨ ਸਿੰਘ ਜੀ, ਉਹਨਾਂ ਨੂੰ 40 ਨਵੰਬਰ ਨੂੰ ਚੁਨਾਰ ਦੇ ਕਿਲ੍ਹੇ ਵਿੱਚ ਭੇਜਿਆ ਜਾਂਦਾ ਹੈ। ਬਾਬਾ ਕਾਹਨ ਸਿੰਘ ਜੀ ਅਤੇ ਬਾਬਾ ਸੋਹਣ ਸਿੰਘ ਸਾਹਿਬ ਸਿੰਘ ਜੀ, ਇਹਨਾਂ ਨੂੰ ਅਦਨ ਮੱਕੇ ਵੱਲ ਨੂੰ 24 ਮਾਰਚ 1873 ਨੂੰ ਉੱਧਰ ਭੇਜ ਦਿੱਤਾ ਜਾਂਦਾ। ਸਾਰੇ ਸੂਬਿਆਂ ਵਾਸਤੇ ਇੱਕ ਦਿਨ ਦਾ 1-1 ਰੁਪਈਆ ਇੱਕ ਸਿੱਖ ਵਾਸਤੇ ਸਰਕਾਰ ਵੱਲੋਂ ਹੁਕਮ ਸੀ ਕਿ ਇਹਨਾਂ ਨੂੰ ਖਰਚੇ ਦਾ ਦੇਣਾ ਹੈ। ਅਤੇ ਸਤਿਗੁਰੂ ਰਾਮ ਸਿੰਘ ਜੀ ਵਾਸਤੇ ਇਹ ਸੀ ਕਿ ਇਹ ਜਿੰਨਾ ਵੀ ਖਰਚਾ ਕਰ ਲੈਣ, ਉਹਨਾਂ ਨੂੰ ਉਨੇ ਖਰਚੇ ਦਾ ਉਨਾ ਖਰਚਾ ਦਿੱਤਾ ਜਾਵੇ। ਕੋਈ ਵੀ ਕਿਸੇ ਵੀ ਗੱਲ ਦੀ ਕਮੀ ਨਹੀਂ ਆਉਣ ਦੇਣੀ। ਇਹਨਾਂ ਦੇ ਰਹਿਣ ਬਹਿਣ ਵਿੱਚ, ਬਸਤਰ ਰੀੜੇ ਵਿੱਚ, ਖਾਣ ਪੀਣ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਕਮੀ ਆਉਣ ਦੇਣੀ। ਕਿਉਂਕਿ ਇਲਾਹਾਬਾਦ ਕਿਲ੍ਹੇ ਵਿੱਚ ਜਿਹੜਾ ਉਹ ਸੁਪਰਡੈਂਟ ਸੀ,
ਉਹਦਾ ਮਨ ਐਸਾ ਪ੍ਰਭਾਵਿਤ ਹੋ ਗਿਆ ਸੀ, ਉਹਨੇ ਸਾਰਿਆਂ ਨੂੰ ਇੱਥੇ ਬੈੱਡ ਲਵਾ ਕੇ ਦਿੱਤੇ ਸਨ ਕਿ ਤੁਸੀਂ ਭੁੰਜੇ ਨਹੀਂ ਸੌਣਾ। ਉਹਨੇ ਬੈੱਡ ਲਵਾ ਕੇ ਦਿੱਤੇ ਸਨ। ਇਸ ਤਰ੍ਹਾਂ ਦੀ ਉਹਨੇ ਸੇਵਾ ਕੀਤੀ ਸੀ ਇਲਾਹਾਬਾਦ ਕਿਲ੍ਹੇ ਵਿੱਚ। ਹੁਣ ਸਾਰੇ ਸੂਬੇ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਵੱਖਰੇ ਵੱਖਰੇ ਥਾਵਾਂ 'ਤੇ ਭੇਜ ਦਿੱਤੇ। ਸਾਧ ਸੰਗਤ ਜੀ, ਸੂਬਾ ਕਾਹਨ ਸਿੰਘ ਜੀ ਦਾ ਜਦੋਂ ਉਹਨਾਂ ਨੂੰ ਅਦਨ ਅਤੇ ਸੂਬਾ ਸਾਹਿਬ ਸਿੰਘ ਜੀ ਨੂੰ ਭੇਜਿਆ ਜਾਂਦਾ ਹੈ, ਉਹਨਾਂ ਦਾ ਉੱਥੇ ਜ਼ਿਕਰ ਆਉਂਦਾ ਸੂਬਾ ਸਾਹਿਬ ਸਿੰਘ ਜੀ ਦਾ, ਸੂਬਾ ਕਾਹਨ ਸਿੰਘ ਜੀ ਦਾ। ਜਿੱਥੇ ਉਹ ਰਹਿੰਦੇ ਸਨ ਗਰਮੀ ਬਹੁਤ ਜ਼ਿਆਦਾ ਸੀ। ਸੂਬਾ ਸਾਹਿਬ ਸਿੰਘ ਜੀ ਨੂੰ ਸ਼ੱਕਰ ਰੋਗ ਜਾਂ ਡਾਇਬਟੀਜ਼ ਦਾ ਰੋਗ ਹੋ ਜਾਂਦਾ ਹੈ। ਜਿਹੜੇ ਸਾਹਿਬ ਸਿੰਘ ਜੀ ਸਨ, ਗਰਮੀ ਜ਼ਿਆਦਾ ਹੋਣ ਕਰਕੇ ਉਹਨਾਂ ਦੀ ਵੀ ਨਿਗਾਹ ਜਿਹੜੀ ਸੀ, ਅੱਖਾਂ ਖਰਾਬ ਹੋਣ ਲੱਗ ਗਈਆਂ ਸਨ। ਜਿੱਥੇ ਉਹ ਰਹਿੰਦੇ ਸਨ ਬੰਗਲੇ ਦੇ ਲਾਗੇ ਨਾਲ ਹੀ ਇੱਕ ਪਾਣੀ ਦਾ ਤਲਾਬ ਸੀ। ਉਸ ਤਲਾਬ ਦੇ ਕਿਨਾਰੇ 'ਚ ਗੋਰਾ ਅਫਸਰ ਸੀ ਜਿਹੜਾ ਜਿਹਦੇ ਅਧੀਨ ਇਹਨਾਂ ਨੂੰ ਰੱਖਿਆ ਗਿਆ ਸੀ, ਉਹਦਾ ਬੰਗਲਾ ਸੀ। ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਦਿਨ ਕੀ ਹੋਇਆ ਕਿ ਉਸ ਬੰਗਲੇ ਨੂੰ ਅੱਗ ਲੱਗ ਗਈ। ਕਿਸ ਤਰ੍ਹਾਂ ਅੱਗ ਲੱਗੀ ਪਤਾ ਨਹੀਂ। ਅੱਗ ਲੱਗ ਗਈ, ਜਿਹੜੇ ਸਿਪਾਹੀ ਸਨ ਉਹ ਡਰਦੇ ਬਾਹਰ ਭੱਜ ਆਏ, ਕੋਈ ਬੰਗਲੇ ਦੇ ਲਾਗੇ ਨਾ ਜਾਵੇ। ਗਰਮੀ ਤਾਂ ਪਹਿਲਾਂ ਹੀ ਬਹੁਤ ਸੀ ਅਤੇ ਅੰਦਰੋਂ ਮੇਮ ਬਾਹਰ ਭੱਜ ਕੇ ਆਈ। ਉਸ ਮੇਮ ਨੇ ਇਹ ਗੱਲ ਆਖੀ ਕਿ ਮੇਰੇ 2 ਬੱਚੇ ਅੰਦਰ ਰਹਿ ਗਏ ਨੇ, ਉਹਨਾਂ ਨੂੰ ਕੋਈ ਅੰਦਰੋਂ ਜਾ ਕੇ ਲੈ ਕੇ ਆਵੇ। ਸਾਧ ਸੰਗਤ ਜੀ, ਜਿਹੜੇ ਸਿਪਾਹੀ ਸਨ, ਜਿਹੜੇ ਰੱਖੀ ਇਸੇ ਕੰਮ ਨੂੰ ਸਨ, ਤਨਖਾਹਾਂ ਵੀ ਲੈਂਦੇ ਸਨ, ਉਹ ਭੱਜ ਗਏ ਕਿ ਅਸੀਂ ਅੰਦਰ ਨਹੀਂ ਜਾ ਸਕਦੇ, ਅੱਗ ਬਹੁਤ ਤੇਜ਼ ਹੈ। ਹੁਣ ਉਹ ਮੇਮ ਜਿਹੜੀ ਸੀ ਉਹ ਕੁਰਲਾ ਰਹੀ ਸੀ। ਸੂਬਾ ਕਾਹਨ ਸਿੰਘ ਜੀ ਦੇ ਮਨ ਵਿੱਚ ਦਇਆ ਆਈ। ਹਾਲਾਂਕਿ ਕਿੰਨੇ ਦੁੱਖ ਦਿੱਤੇ ਸਨ ਉਹਨਾਂ ਨੇ, ਪਰ ਫਿਰ ਵੀ ਉਹਨਾਂ ਦੇ ਮਨ ਵਿੱਚ ਦਇਆ ਆਈ। ਇੱਕ ਕੰਬਲੀ ਲਈ, ਉਸ ਤਲਾਬ ਵਿੱਚੋਂ ਗਿੱਲੀ ਕਰਕੇ ਆਪਣੇ ਉੱਤੇ ਲੈ ਲਈ ਕਿ ਅੱਗ ਦਾ ਅਸਰ ਘੱਟ ਹੋਵੇ, ਸੇਕ ਘੱਟ ਲੱਗੇ। ਉਹ ਉਸੇ ਤਰ੍ਹਾਂ ਹੀ ਭੱਜ ਕੇ ਅੰਦਰ ਗਏ, ਕੰਬਲੀ ਲੈ ਕੇ ਗਿੱਲੀ। ਉਹਦੇ 2 ਬੱਚੇ ਅੰਦਰੋਂ ਕੱਢ ਕੇ ਲਿਆ ਕੇ ਉਹਨਾਂ ਨੇ ਉਸ ਮੇਮ ਨੂੰ ਦਿੱਤੇ। ਅਫਸਰ ਜਿਹੜਾ ਸੀਗਾ, ਗੋਰਾ ਅਫਸਰ ਸੀਗਾ, ਉਹ ਬਾਹਰ ਕਿਤੇ ਰਾਊਂਡ ਅਪ 'ਤੇ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਇਆ, ਉਹ ਜੰਗਲਾਤ ਦਾ ਅਫਸਰ ਸੀਗਾ। ਉਹ ਜਦੋਂ ਵਾਪਸ ਆਇਆ ਜੰਗਲ 'ਚੋਂ, ਉਹਦੀ ਮੇਮ ਨੇ ਦੱਸਿਆ ਕਿ ਅੱਜ ਆਪਣੇ ਬੱਚੇ ਜਿਹੜੇ ਨੇ ਉਹ ਇਸ ਬਾਬਾ ਜੀ ਨੇ ਬਚਾਏ ਨੇ। ਉਹ ਸੂਬਾ ਸਾਹਿਬ ਸਿੰਘ ਜੀ ਨੂੰ ਫਾਦਰ ਕਹਿ ਕੇ ਬੁਲਾਉਣ ਲੱਗ ਗਿਆ ਕਿ ਤੁਸੀਂ ਤਾਂ ਪਿਤਾ ਵਾਲੀ ਕੀਤੀ ਹੈ, ਜਿਵੇਂ ਪਿਤਾ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਆਪਣੇ ਬੱਚਿਆਂ ਵਾਸਤੇ, ਤੁਸੀਂ ਤਾਂ ਮੇਰੇ 'ਤੇ ਇੰਨਾ ਪਰਉਪਕਾਰ ਕੀਤਾ। ਉਸ ਤੋਂ ਬਾਅਦ ਉਹ ਬਹੁਤ ਅਦਬ ਕਰਨ ਲੱਗ ਗਿਆ ਉਹਨਾਂ ਦਾ। ਫਿਰ ਉਹਨੇ ਹੀ ਚਿੱਠੀਆਂ ਪਾਈਆਂ ਉੱਥੋਂ ਸੂਬਾ ਸਾਹਿਬ ਸਿੰਘ ਜੀ ਵਾਸਤੇ, ਸੂਬਾ ਕਾਹਨ ਸਿੰਘ ਜੀ ਵਾਸਤੇ ਕਿ ਗਰਮੀ ਜ਼ਿਆਦਾ ਹੋਣ ਕਰਕੇ ਇਹ ਇੱਥੇ ਠੀਕ ਨਹੀਂ ਰਹਿੰਦੇ, ਇਹ ਬਿਮਾਰ ਨੇ ਅਤੇ ਕਿਰਪਾ ਕਰਕੇ ਇਹਨਾਂ ਦਾ ਧਿਆਨ ਦਿੱਤਾ ਜਾਵੇ, ਇਹਨਾਂ ਨੂੰ ਇਸ ਥਾਂ ਤੋਂ ਕੱਢ ਕੇ ਕਿਸੇ ਹੋਰ ਠੰਡੇ ਇਲਾਕੇ ਵਿੱਚ ਲਿਜਾਇਆ ਜਾਵੇ। ਉਹਦੀਆਂ ਚਿੱਠੀਆਂ ਦੇ ਕਾਰਨ ਹੀ ਇਹਨਾਂ ਨੂੰ ਉੱਥੋਂ 2 ਸਾਲਾਂ ਬਾਅਦ 1875 ਨੂੰ ਇਹਨਾਂ ਨੂੰ ਲੈ ਕੇ ਆਂਦਾ ਜਾਂਦਾ ਹੈ। ਅਪ੍ਰੈਲ ਵਿੱਚ ਲੈ ਕੇ ਆਂਦਾ ਇੱਥੇ ਹਜ਼ਾਰੀ ਬਾਗ। ਹਜ਼ਾਰੀ ਬਾਗ ਵਿੱਚ ਆਣ ਕੇ ਇਹ ਇੱਥੇ ਰਹਿਣ ਲੱਗਦੇ ਨੇ। ਜਦੋਂ 1887 ਵਿੱਚ ਜਿਹੜੀ ਮਲਕਾ ਸੀ, ਮਲਕਾ ਦੀ ਸ਼ਤਾਬਦੀ ਉਹਨਾਂ ਨੇ ਮਨਾਉਣੀ ਸੀ। ਮਲਕਾ ਦੀ ਸ਼ਤਾਬਦੀ ਦੇ ਵੇਲੇ ਉਹਨਾਂ ਨੇ ਸੋਚਿਆ ਕਿ ਕੁਝ ਕੈਦੀਆਂ ਨੂੰ ਰਿਹਾ ਕੀਤਾ ਜਾਵੇ। ਕੁਝ ਨਾਮਧਾਰੀ ਜਿਹੜੇ ਸਿੱਖ ਸਨ, ਸੂਬੇ ਸਨ, ਕੈਦੀ ਸਨ ਜਿਹੜੇ, ਉਹਨਾਂ ਨੂੰ ਵੀ ਰਿਹਾ ਕੀਤਾ ਗਿਆ ਸੀ। ਸੂਬਾ ਸਾਹਿਬ ਸਿੰਘ ਜੀ ਤੇ ਪਹਿਲਾਂ ਹੀ ਚੜ੍ਹਾਈ ਕਰ ਗਏ ਸਨ ਅਤੇ ਸੂਬਾ ਕਾਹਨ ਸਿੰਘ ਜੀ ਨੂੰ ਉਸ ਹਜ਼ਾਰੀ ਬਾਗ ਦੀ ਜੇਲ੍ਹ ਵਿੱਚੋਂ 1887 ਨੂੰ ਰਿਹਾ ਕੀਤਾ ਜਾਂਦਾ ਹੈ। ਉਹ ਆਪਣੇ ਪਿੰਡ ਵਾਪਸ ਅੰਮ੍ਰਿਤਸਰ ਸਾਹਿਬ ਆ ਜਾਂਦੇ ਨੇ। ਇੱਥੇ ਅੰਮ੍ਰਿਤਸਰ ਰਹਿੰਦੇ। ਉਹਨਾਂ ਦਾ ਪੁੱਤਰ ਦਾ ਨਾਂ ਸੀ ਗੁਰਮੁਖ ਸਿੰਘ। ਉਹ ਆਪਣੇ ਪੁੱਤਰ ਕੋਲ ਆਣ ਕੇ ਰਹਿਣ ਲੱਗਦੇ ਨੇ। ਪਿਛਲੀ ਉਹਨਾਂ ਦੀ ਉਮਰ ਹੈ, ਵਡੇਰੀ ਉਮਰ ਆ। ਭਜਨ ਬਾਣੀ ਕਰਦੇ ਸਨ, ਸਾਰਾ ਦਿਨ ਸਤਿਗੁਰੂ ਰਾਮ ਸਿੰਘ ਦੀ ਯਾਦ ਵਿੱਚ ਹੀ ਰਹਿੰਦੇ ਸਨ। ਇੱਕ ਦਿਨ ਕੀ ਹੋਇਆ ਕਿ ਆਪਣੇ ਪੁੱਤਰ ਗੁਰਮੁਖ ਸਿੰਘ ਨੂੰ ਮਿਲਣ ਗਏ। ਉਹਨੂੰ ਜਾ ਕੇ ਆਖਦੇ ਨੇ, ਕਾਕਾ ਤੇਰਾ ਅੰਤਲਾ ਸਮਾਂ ਆ ਗਿਆ ਹੈ। ਤੇਰਾ ਛੋਟਾ ਪੁੱਤਰ ਹੈ ਇੰਦਰ ਸਿੰਘ, ਉਹਦੇ ਪੋਤਰੇ ਦਾ ਨਾਂ ਸੀ ਸੂਬਾ ਕਾਹਨ ਸਿੰਘ ਜੀ ਦੇ, ਕਿ ਜਿਹੜਾ ਤੇਰਾ ਇੰਦਰ ਸਿੰਘ ਪੋਤਰਾ ਹੈ ਨਾ, ਉਹ ਬਹੁਤ ਛੋਟਾ ਹੈ ਹਲੇ, ਅਤੇ ਉਹਦਾ ਦੇਖਭਾਲ ਕੌਣ ਕਰੇਗਾ? ਮੇਰੀ ਤਾਂ ਵਡੇਰੀ ਉਮਰ ਆ ਅਤੇ ਮੇਰੀ 10 ਸਾਲ ਉਮਰ ਹਲੇ ਹੋਰ ਰਹਿੰਦੀ ਹੈ। ਮੈਂ ਆਪਣੀ ਉਮਰ ਤੈਨੂੰ ਦੇ ਦਿੰਦਾ, ਤੂੰ 10 ਸਾਲ ਹੋਰ ਘਰੇ ਰਹਿ, ਆਪਣੇ ਪੁੱਤਰ ਨੂੰ ਸਾਂਭ, ਉਹ ਵੱਡਾ ਹੋ ਜਾਏਗਾ, ਘਰ-ਬਾਰ ਸਾਂਭਣ ਜੋਗਾ ਹੋ ਜਾਏਗਾ, ਅਤੇ ਉਸ ਤੋਂ ਬਾਅਦ ਫਿਰ ਤੂੰ ਵੀ ਚਲਾ ਜਾਈਂ, ਤੂੰ ਵੀ ਆ ਜਾਈਂ। ਅਤੇ ਇਸ ਕਰਕੇ ਤੇਰੀ ਥਾਂ 'ਤੇ ਹੁਣ ਮੈਂ ਚਲਾ ਜਾਂਦਾ, ਤੂੰ ਆਪਣੀ 10 ਸਾਲ ਉਮਰ ਆਪਣੇ ਪੁੱਤਰ ਗੁਰਮੁਖ ਸਿੰਘ ਨੂੰ ਦੇ ਕੇ ਸੂਬਾ ਕਾਹਨ ਸਿੰਘ ਜੀ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਜਾ ਕੇ ਬਿਰਾਜਮਾਨ ਹੋ ਜਾਂਦੇ ਨੇ। ਉਹ ਅਕਾਲ ਚਲਾਣਾ ਕਰਦੇ ਨੇ ਆਪਣੀ ਮਰਜ਼ੀ ਦੇ ਨਾਲ।
ਉਹ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ। ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਰਹਿ ਕੇ ਉਹ ਇਸ ਗਤੀ ਨੂੰ ਪ੍ਰਾਪਤ ਹੋਏ। ਕਈ ਸੂਬਿਆਂ 'ਤੇ ਬਹੁਤ ਤਸ਼ੱਦਦ ਵੀ ਕੀਤੇ ਗਏ, ਜਿਨ੍ਹਾਂ ਨੂੰ ਇੱਕ ਸੂਬਾ ਮਾਨ ਸਿੰਘ ਜੀ ਸਨ, ਜਿਹੜੇ ਚੁਨਾਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਸੀ। ਚੁਨਾਰ ਦਾ ਕਿਲ੍ਹਾ ਯੂਪੀ ਵਿੱਚ, ਉੱਤਰ ਪ੍ਰਦੇਸ਼ ਵਿੱਚ ਆਉਂਦਾ, ਵਾਰਾਣਸੀ ਦੇ ਲਾਗੇ ਪੈ ਜਾਂਦਾ। ਜਦੋਂ ਉਹਨਾਂ ਨੂੰ ਕੈਦ ਕੀਤਾ ਜਾਂਦਾ ਹੈ, ਉਹਨਾਂ ਦੀ ਪਤਨੀ ਇੱਕ ਚਿੱਠੀ ਲਿਖਦੀ ਹੈ। ਉਹ ਚਿੱਠੀ ਲਿਖਦੀ ਹੈ ਕਿ ਮੇਰੇ 5 ਪੁੱਤਰ ਨੇ, 2 ਬੇਟੀਆਂ ਨੇ। ਜਦੋਂ ਮੇਰੇ ਪਤੀ ਨੂੰ ਤੁਸੀਂ ਗ੍ਰਿਫਤਾਰ ਕਰ ਲਿਆ, ਮੇਰੇ ਪਤੀ ਦੀ ਗ੍ਰਿਫਤਾਰੀ ਤੋਂ ਬਾਅਦ 'ਚ ਮੇਰੀ 15 ਸਾਲ ਦੀ ਜਿਹੜੀ ਬੇਟੀ ਸੀ, ਉਹ 6 ਮਹੀਨੇ ਆਪਣੇ ਪਿਤਾ ਦੇ ਗਮ ਵਿੱਚ ਰਹੀ। ਗਮ ਵਿੱਚ ਇੰਨਾ ਉਦਾਸ ਰਹਿਣ ਲੱਗ ਗਈ ਕਿ ਉਹ ਦਮ ਤੋੜ ਗਈ, ਉਹ ਚੜ੍ਹਾਈ ਕਰ ਗਈ। ਉਸ ਤੋਂ ਬਾਅਦ ਇੱਕ ਮੇਰਾ 4 ਮਹੀਨਿਆਂ ਬਾਅਦ ਮੇਰਾ ਇੱਕ 6 ਸਾਲ ਦਾ ਪੁੱਤਰ ਸੀ, ਉਹ ਵੀ ਗੁਜ਼ਰ ਗਿਆ। ਇੱਕ ਹੋਰ ਮੇਰਾ 4 ਸਾਲ ਦਾ ਪੁੱਤਰ ਸੀ, ਦੂਜਾ ਪੁੱਤਰ ਜਿਹੜਾ ਸੀ, ਉਹ ਭੁੱਖ ਕਰਕੇ ਮਰ ਗਿਆ। ਸਾਡੇ ਕੋਲ ਤਾਂ ਖਾਣ ਨੂੰ ਵੀ ਕੁਝ ਨਹੀਂ ਰਿਹਾ। ਜਿਹੜੇ ਅਸੀਂ ਬਾਕੀ ਬਚੇ ਹਾਂ, ਅਸੀਂ ਵੀ ਭੁੱਖ ਦੇ ਮਾਰੇ ਤੜਫਦੇ ਫਿਰਦੇ ਹਾਂ। ਮੈਂ ਹਜ਼ਾਰਾਂ ਮੀਲ, ਕਿਉਂਕਿ ਉਹ ਚਾਹੁੰਦੀ ਸੀ ਮੈਂ ਇੱਕ ਵਾਰੀ ਆਪਣੇ ਪਤੀ ਨੂੰ ਜਾ ਕੇ ਮਿਲ ਲਵਾਂ, ਸੂਬਾ ਮਾਨ ਸਿੰਘ ਜੀ ਨੂੰ। ਉਹ ਕਹਿੰਦੀ ਏ ਕਿ ਮੈਂ ਹਜ਼ਾਰਾਂ ਮੀਲ ਦਾ ਪੈਂਡਾ ਤੈਅ ਕਰਕੇ ਪੰਜਾਬ ਤੋਂ ਆਪਣੇ ਭੁੱਖੇ ਭਾਣੇ ਬੱਚਿਆਂ ਨੂੰ ਰੱਬ ਆਸਰੇ ਛੱਡ ਕੇ ਆਈ ਹਾਂ, ਅਤੇ ਮੈਨੂੰ ਆਪਣੇ ਪਤੀ ਨੂੰ ਇੱਕ ਵਾਰੀ ਮਿਲਣ ਦਿੱਤਾ ਜਾਵੇ। ਕਿਉਂਕਿ ਜਿਹੜਾ ਪੰਜਾਬ ਦਾ ਗਵਰਨਰ ਸੀ, ਉਹਨੇ ਇਹ ਲਿਖ ਕੇ ਦਿੱਤਾ ਸੀਗਾ ਕਿ ਜਾਓ, ਜਾ ਕੇ ਤੁਸੀਂ ਆਪਣੇ ਪਤੀ ਨੂੰ ਮਿਲ ਸਕਦੇ ਹੋ। ਉਹਦੇ ਕੋਲੋਂ ਮਨਜ਼ੂਰੀ ਲੈ ਕੇ ਉਹ ਉੱਤਰ ਪ੍ਰਦੇਸ਼ ਵਿੱਚ ਚਨਾਰ ਦੇ ਕਿਲ੍ਹੇ ਦੇ ਬਾਹਰ ਆਈ। ਉਹਨੇ ਇਹ ਲਿਖ ਕੇ ਅੰਦਰ ਸੁਪਰਡੈਂਟ ਜਿਹੜਾ ਸੀ ਕਿਲ੍ਹੇ ਦਾ, ਉਹਨੂੰ ਚਿੱਠੀ ਭੇਜੀ ਕਿ ਮੇਰੇ ਆਹ ਹਾਲਤ ਆ, ਮੈਨੂੰ 10 ਦਿਨਾਂ ਲਈ ਸਿਰਫ ਮਨਜ਼ੂਰੀ ਦਿੱਤੀ ਜਾਵੇ, ਮੈਂ ਆਪਣੇ ਪਤੀ ਕੋਲ ਰਹਿ ਕੇ ਫਿਰ ਵਾਪਸ ਚਲੀ ਜਾਵਾਂਗੀ। ਸਾਧ ਸੰਗਤ ਜੀ, ਹਜ਼ਾਰਾਂ ਮੀਲ ਦਾ ਪੈਂਡਾ ਤੈਅ ਕੀਤਾ। ਉਸ ਸਮੇਂ ਉਸ ਔਰਤ ਨੇ ਆਪਣੀ ਬੱਚਿਆਂ ਨੂੰ, ਉਹਦੀ ਨਾਂ ਸੀ ਜੀਵਨ ਕੌਰ, ਉਹ ਇੰਨਾ ਪੈਂਡਾ ਤੈਅ ਕਰਕੇ ਤੁਰ ਕੇ ਆਪਣੇ ਪਤੀ ਨੂੰ ਮਿਲਣ ਵਾਸਤੇ ਆਈ। 22 ਦਿਨ ਹੋ ਗਏ ਉਹਨੇ ਉੱਥੇ ਬੈਠੀ ਨੂੰ। ਇੱਕ ਹੋਰ ਚਿੱਠੀ ਲਿਖੀ ਉਹਨੇ ਕਿ ਅੱਜ ਮੈਨੂੰ 22 ਦਿਨ ਹੋ ਗਏ ਨੇ, ਇੱਥੇ ਮੇਰੇ ਕੋਲ ਜਿੰਨਾ ਖਰਚ ਸੀ ਸਾਰਾ ਮੁੱਕ ਗਿਆ, ਮੈਂ ਇੱਥੋਂ ਵਾਪਸ ਕਿਵੇਂ ਜਾਣਾ ਉਹ ਮੈਨੂੰ ਨਹੀਂ ਪਤਾ, ਪਰ ਮੇਰਾ ਹਾਲ ਕੀ ਹੋਏਗਾ ਮੈਨੂੰ ਉਹ ਵੀ ਨਹੀਂ ਪਤਾ, ਅਤੇ ਕਿਰਪਾ ਕਰਕੇ ਮੈਨੂੰ ਮੇਰੇ ਪਤੀ ਨੂੰ ਪਲੀਜ਼ ਮਿਲਣ ਦਿੱਤਾ ਜਾਵੇ। ਉਹ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ, ਉਸ ਬੀਬੀ ਨੂੰ ਆਪਣੇ ਪਤੀ ਨੂੰ ਮਿਲਣ ਨਹੀਂ ਦਿੱਤਾ, ਉਸੇ ਤਰ੍ਹਾਂ ਹੀ ਉਹਨੂੰ ਵਾਪਸ ਆਉਣਾ ਪਿਆ। ਇਸ ਤਰ੍ਹਾਂ ਦੇ ਜਿਹੜੇ ਸਿੱਖਾਂ ਦੇ ਉੱਤੇ ਦਿੱਕਤਾਂ ਦਾ, ਮੁਸੀਬਤਾਂ ਦੇ ਪਹਾੜ ਟੁੱਟ ਪਏ ਕਿ ਉਹ ਇੱਕ ਦੂਜੇ ਨੂੰ ਮਿਲਣਾ ਵੀ ਉਹਨਾਂ ਨੂੰ ਨਸੀਬ ਨਹੀਂ ਸੀ ਹੋ ਰਿਹਾ। ਫਿਰ 1887 ਨੂੰ ਜਦੋਂ ਉਹ ਮਲਕਾ ਦੀ ਸ਼ਤਾਬਦੀ ਉਹਨਾਂ ਨੇ ਮਨਾਉਣੀ ਸੀ, ਫਿਰ ਉਦੋਂ ਮਾਨ ਸਿੰਘ ਉਹਨਾਂ ਨੇ ਰਿਹਾ ਕੀਤਾ, ਫਿਰ ਉਹ ਵਾਪਸ ਘਰ ਵਿੱਚ ਆਏ। ਮੈਂ ਇੱਕ ਗੱਲ ਭੁੱਲ ਗਿਆ, ਜਦੋਂ ਇਲਾਹਾਬਾਦ ਦੇ ਕਿਲ੍ਹੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਸਨ ਨਾ, ਉੱਥੇ ਮੰਗਲ ਸਿੰਘ ਬਿਸ਼ਨਪੁਰੀਆ, ਸਰਦਾਰ ਮੰਗਲ ਸਿੰਘ, ਉਹਨੂੰ ਫੜ ਕੇ ਲਿਆਂਦਾ ਗਿਆ। ਫੜ ਕੇ ਤਾਂ ਲਿਆਂਦਾ ਕਿਉਂਕਿ ਪਟਿਆਲੇ ਵਾਲਿਆਂ ਦਾ ਰਿਸ਼ਤੇਦਾਰ ਸੀ, ਮਹਾਰਾਜਾ ਪਟਿਆਲੇ ਦਾ। ਉਹ ਰਿਸ਼ਤੇਦਾਰ ਹੋਣ ਕਰਕੇ ਪਟਿਆਲੇ ਵਾਲਾ ਥੋੜ੍ਹੀ ਜਿਹੀ ਈਰਖਾ ਰੱਖਦਾ ਸੀ ਉਹਦੇ ਨਾਲ ਕਿ ਇਹ ਇਕੱਲਾ ਨਾਮਧਾਰੀ ਹੈ, ਇਹਨੂੰ ਆਖਿਆ ਵੀ ਨਾਮਧਾਰੀਆਂ ਦਾ ਖਹਿੜਾ ਛੱਡ ਦੇ, ਫਿਰ ਨਹੀਂ ਛੱਡਦਾ। ਉਹਨੇ ਜਾਣ ਕੇ ਉਹਨੂੰ ਅਰੈਸਟ ਕਰਵਾ ਕੇ ਇਲਾਹਾਬਾਦ ਭੇਜਿਆ। ਜਦੋਂ ਇਲਾਹਾਬਾਦ ਉਹਨੇ ਇਹ ਸਜ਼ਾ ਸੁਣੀ ਕਿ ਇੱਥੇ ਸਾਰਿਆਂ ਨੂੰ ਜਿਹੜਾ ਲਾਰਡ ਮਿਓ ਆ ਉਹ ਮਾਰ ਦੇਵੇਗਾ, ਇਹ ਗੱਲ ਸੁਣ ਕੇ ਉਹਦੇ ਮਨ ਵਿੱਚ ਆਇਆ, ਕਹਿਣ ਲੱਗਾ ਨਾਲ ਦੇ ਸੂਬਿਆਂ ਨੂੰ ਕਿ ਮੈਂ ਕਿਉਂ ਇੱਥੇ ਆਉਣਾ ਸੀ, ਕਿਉਂ ਕੂਕਾ ਬਣਨਾ ਸੀ, ਮੈਂ ਤਾਂ ਆਪਣੀ ਜ਼ਿੰਦਗੀ ਹੀ ਖਰਾਬ ਕਰ ਲਈ। ਸਤਿਗੁਰੂ ਰਾਮ ਸਿੰਘ ਜੀ ਨੂੰ ਸਿੱਖਾਂ ਨੇ ਦੱਸਿਆ ਜੀ ਇਹ ਬੇਸਰਦੀਆਂ ਗੱਲਾਂ ਕਰਦਾ ਅਤੇ ਕਿਰਪਾ ਕਰੋ। ਸਤਿਗੁਰੂ ਰਾਮ ਸਿੰਘ ਜੀ ਉਹਨੂੰ ਆਪਣੇ ਕੋਲ ਸੱਦਿਆ, ਹੁਕਮ ਕੀਤਾ, ਜੇ ਤਾਂ ਮੈਂ ਉਹੀ ਰਾਮ ਸਿੰਘ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਦੇ ਕੇ ਗਏ ਨੇ, ਫਿਰ ਤਾਂ ਤੂੰ ਛੇਤੀ ਘਰ ਚਲਾ ਜਾਏਗਾ, ਅਤੇ ਜੇ ਮੈਂ ਉਹ ਰਾਮ ਸਿੰਘ ਨਹੀਂ ਹੈਗਾ ਤਾਂ ਫਿਰ ਤਾਂ ਤੂੰ ਵੀ ਇੱਥੇ ਕੈਦ ਹੋ ਗਿਆ, ਤੂੰ ਵੀ ਇੱਥੇ ਸਜ਼ਾ ਹੀ ਭੁਗਤੇਂਗਾ। ਕਿਉਂਕਿ ਉਹਨੇ ਅੰਗਰੇਜ਼ਾਂ ਨੂੰ ਇਹ ਲਿਖ ਕੇ ਦੇ ਦਿੱਤਾ ਸੀ ਕਿ ਮੈਂ ਵੀ ਕੂਕਾ ਨਹੀਂ ਹਾਂ, ਮੈਂ ਕਸ਼ਹਿਰਾ ਲਾ ਦਿੱਤਾ ਆ, ਮੈਂ ਤਾਂ ਮਾਸ ਸ਼ਰਾਬ ਵੀ ਖਾਣ ਲੱਗ ਗਿਆ ਵਾਂ, ਅਤੇ ਮੇਰਾ ਤਾਂ ਕੂਕਿਆਂ ਨਾਲ ਕੋਈ ਸੰਬੰਧ ਹੀ ਨਹੀਂ। ਮੈਂ ਤਾਂ 1-2 ਵਾਰੀ ਬਾਬਾ ਰਾਮ ਸਿੰਘ ਨੂੰ ਮਿਲਿਆ, 200-300 ਰੁਪਈਆ ਮੱਥਾ ਟੇਕਿਆ ਸੀ ਉਹਨਾਂ ਨੂੰ, ਇਸ ਕਰਕੇ ਪਤਾ ਨਹੀਂ ਮੈਨੂੰ ਕਿਉਂ ਫੜ ਕੇ ਲੈਂਦਾ, ਮੈਂ ਉਹਨਾਂ ਦਾ ਸਿੱਖ ਨਹੀਂ ਹਾਂ। ਉਹ ਇੱਥੋਂ ਤੱਕ ਗਲਤ ਹੋ ਗਿਆ ਸੀ। ਜਦੋਂ ਸਤਿਗੁਰੂ ਰਾਮ ਸਿੰਘ ਜੀ ਸਿੱਖਾਂ ਦੇ ਨਾਲ ਇੱਕ ਦਿਨ ਬੈਠੇ ਸਨ,
ਉਦੋਂ ਸੱਚ ਪਾਤਸ਼ਾਹ ਜੀ ਬਚਨ ਸੁਣਾਇਆ ਕਿ ਇਹ ਤੁਸੀਂ ਜਿੰਨੇ ਵੀ ਸਿੱਖ ਹੋ ਸਾਰੇ ਸਾਡੇ ਨਾਲ ਪਿੱਛੋਂ ਜਨਮਾਂ ਜਮਾਂਤਰਾਂ ਤੋਂ ਚੱਲਦੇ ਆ ਰਹੇ ਹੋ। ਅਤੇ ਜਿਹੜਾ ਮੰਗਲ ਸਿੰਘ ਸੀਗਾ, ਇਹਨੇ ਉਦੋਂ ਬੜੇ ਰੋਹਬ ਨਾਲ, ਬੜੇ ਹੰਕਾਰ ਦੇ ਨਾਲ ਗੱਲਾਂ ਬੜੀਆਂ ਕੀਤੀਆਂ ਕਿ ਪਾਤਸ਼ਾਹ ਸਾਨੂੰ ਤੁਸੀਂ ਇੰਨੇ ਚਿਰ ਬਾਅਦ ਮਿਲਾਇਆ, ਅੱਜ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਨੇ, ਜੋ ਮਰਜ਼ੀ ਹੋ ਜਾਏ ਹੁਣ ਤੁਹਾਡੇ ਤੋਂ ਵੱਖਰੇ ਨਹੀਂ ਹੁੰਦੇ, ਭਾਵੇਂ ਸਾਨੂੰ ਤਿਲ ਤਿਲ ਕਰਕੇ ਕੱਟਿਆ ਜਾਵੇ, ਅਸੀਂ ਹੁਣ ਨਹੀਂ ਅਸੀਂ ਭੁੱਲਦੇ। ਉਹ ਐਸੀ ਖੇਡ ਵਰਤਾਈ। ਜਦੋਂ ਹੰਕਾਰ ਵਿੱਚ ਆ ਜਾਂਦਾ ਸਿੱਖ, ਅਤੇ ਉਹ ਹੰਕਾਰ ਵਿੱਚ ਆਏ ਨੂੰ ਜਦੋਂ ਇੱਥੇ ਆਇਆ ਅਤੇ ਇੱਥੇ ਆਣ ਕੇ ਉਹ ਇੰਨਾ ਡੋਲ ਗਿਆ ਕਿ ਉਹ ਸਤਿਗੁਰੂ ਰਾਮ ਸਿੰਘ ਜੀ ਨੂੰ ਗੁਰੂ ਮੰਨਣ ਤੋਂ ਵੀ ਉਹਨੇ ਇਨਕਾਰ ਕਰ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਜਿਹੜੇ ਸਿੱਖ ਸੂਬੇ ਸਨ ਉਹ ਵੱਖਰੇ ਵੱਖਰੇ ਥਾਵਾਂ 'ਤੇ ਭੇਜ ਦਿੱਤੇ ਗਏ। ਸਤਿਗੁਰੂ ਰਾਮ ਸਿੰਘ ਜੀ ਨੂੰ ਰੰਗੂਨ ਭੇਜਿਆ ਗਿਆ। ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਉੱਥੇ ਸੈਂਟਰਲ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ, ਰੰਗੂਨ ਵਿੱਚ। ਸੈਂਟਰਲ ਜੇਲ੍ਹ ਵਿੱਚ ਸੱਚ ਪਾਤਸ਼ਾਹ ਜੀ ਥੋੜ੍ਹਾ ਜਿਹਾ ਸਿਹਤ ਨਾ ਠੀਕ ਰਹਿਣ ਕਰਕੇ ਫਿਰ 16 ਸਤੰਬਰ 1872 ਨੂੰ ਸਤਿਗੁਰੂ ਰਾਮ ਸਿੰਘ ਜੀ ਨੂੰ ਉਸ ਇੱਕ ਕਿਲ੍ਹਾ ਸੀ 44 ਫੁੱਟ ਬਾਈ 44 ਫੁੱਟ ਦਾ, ਜਿਹੜਾ ਸਤਿਗੁਰੂ ਰਾਮ ਸਿੰਘ ਜੀ ਲਈ ਇੱਕ ਬੰਗਲਾ ਬਣਾਇਆ। ਇਹ ਬੰਗਲਾ ਬਣਾਇਆ ਸੀ ਬਹਾਦਰ ਸ਼ਾਹ ਲਈ। ਬਹਾਦਰ ਸ਼ਾਹ ਲਈ ਇਹ ਬੰਗਲਾ ਬਣਾਇਆ ਗਿਆ ਸੀ। ਉਸ ਬੰਗਲੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਨੇ ਰੱਖਿਆ ਸੀ। ਜਿਹੜਾ ਉਹ ਬੰਗਲਾ ਸੀ ਉਹਦੇ ਆਲੇ ਦੁਆਲੇ ਇੱਕ ਪਾਣੀ ਦੀ ਖੇਲ ਸੀ, ਬਹੁਤ ਛੋਟਾ ਜਿਹਾ 4 ਕਮਰਿਆਂ ਦਾ ਬੰਗਲਾ ਸੀ, ਜਿਹਦੇ ਵਿੱਚ ਇੱਕ ਬਾਥਰੂਮ ਸੀ, ਇੱਕ ਰਸੋਈ ਸੀ। ਉਹਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੂੰ ਠਹਿਰਾਇਆ ਗਿਆ। ਇਸ ਬੰਗਲੇ ਦੇ ਵਿੱਚ ਆਲੇ ਦੁਆਲੇ ਫੌਜ ਦੀ ਪਲਟਨ ਆ, ਉਹਨਾਂ ਦੀ ਗਰਾਊਂਡ ਆ, ਪਰੇਡ ਆ, ਚਾਰੇ ਪਾਸੇ ਸੜਕਾਂ ਲੱਗਦੀਆਂ ਸੀ ਇਸ ਬੰਗਲੇ ਨੂੰ। ਇਸ ਬੰਗਲੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੂੰ ਰੱਖਿਆ ਗਿਆ। ਇਸ ਬੰਗਲੇ ਦੇ ਵਿੱਚ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਦੇ ਹੁਕਮਨਾਮੇ ਵਿੱਚ ਆਉਂਦਾ ਕਿ ਪਹਿਲਾਂ ਖੂਹੀ ਨਹੀਂ ਸੀ, ਅੰਗਰੇਜ਼ ਨੇ ਫਿਰ 600-700 ਰੁਪਈਆ ਲਗਾਏ ਕੇ ਖੂਹੀ ਲਵਾ ਦਿੱਤੀ ਸੀ ਬਾਅਦ ਵਿੱਚ ਇਹਦੇ ਵਿੱਚ, ਇਸ ਬੰਗਲੇ ਵਿੱਚ। ਸਤਿਗੁਰੂ ਰਾਮ ਸਿੰਘ ਜੀ ਇਸ ਬੰਗਲੇ ਵਿੱਚ ਨਿਵਾਸ ਕਰਦੇ ਨੇ। ਜਿਹੜਾ ਸਵੇਰੇ ਸਵਾ ਪੈਰ ਉੱਠਣਾ, ਸੱਚ ਪਾਤਸ਼ਾਹ ਜੀ ਜਦੋਂ ਸਵਾ ਪੈਰ ਉੱਠ ਕੇ ਇਸ਼ਨਾਨ ਕਰਨ ਜਾਣਾ, ਇਰਾਵਤੀ ਨਦੀ ਸੀ, ਉਹ 'ਚ ਇਸ਼ਨਾਨ ਕਰਨ ਜਾ ਰਹੇ ਨੇ ਅਤੇ ਨਦੀ ਦੇ ਬਿਲਕੁਲ ਨਾਲ ਹੀ ਬੰਗਲਾ ਸੀ ਉਸ ਅਫਸਰ ਦਾ, ਜਿਸ ਦੀ ਦੇਖ ਰੇਖ ਹੇਠ ਸਤਿਗੁਰੂ ਰਾਮ ਸਿੰਘ ਜੀ ਇੱਥੇ ਰੱਖਿਆ ਗਿਆ ਸੀ, ਜਿਹਦੀ ਡਿਊਟੀ ਲੱਗੀ ਸੀ ਅੰਗਰੇਜ਼ ਅਫਸਰ ਦੀ। ਉਹ ਦੇਖਦਾ ਹੈ ਕਿ ਸਵੇਰੇ ਸਵੇਰੇ ਬਾਬਾ ਰਾਮ ਸਿੰਘ ਜੀ ਬਾਹਰ ਨੂੰ ਆ ਰਹੇ ਨੇ। ਕਿਉਂ ਆ ਰਹੇ ਨੇ? ਉਹ ਰਾਜਾ ਰਾਮ ਸਿੰਘ ਆਖਦੇ ਸਨ। ਉਹ ਕਹਿੰਦੇ ਸਨ ਕਿ ਉਹ ਕਿਉਂ ਇੱਥੇ ਆਏ ਨੇ ਬਾਹਰ। ਉਹਨੇ ਜਾ ਕੇ ਘੋੜੇ 'ਤੇ ਕਾਠੀ ਪਾਈ, ਦਵਾ ਦਵ ਜਾ ਕੇ ਸੰਤਰੀ ਨੂੰ ਆਖਿਆ ਕਿ ਤੁਸੀਂ ਕੀ ਰਾਜਾ ਰਾਮ ਸਿੰਘ ਦੀ ਇੱਥੇ ਖਿਦਮਤ ਕਰ ਰਹੇ ਆ, ਤੂੰ ਉਹਨਾਂ ਦੇ ਕੀ ਧਿਆਨ ਰੱਖ ਰਿਹਾ ਹੈ? ਉਹ ਤਾਂ ਬਾਹਰ ਨੇ। ਉਹਨੇ ਵਿਖਾਇਆ, ਜੀ ਮੈਂ ਤਾਂ ਤਾਲੇ ਲਾਏ ਨੇ, ਉਹ ਬਾਹਰ ਕਿੱਥੇ ਨੇ? ਉਹ ਵੇਖੋ ਅੰਦਰ ਬੈਠੇ ਨੇ। ਉਹਨੂੰ ਅੰਦਰ ਵਿਖਾਇਆ ਜਦੋਂ ਸੰਤਰੀ ਨੇ ਕਿ ਰਾਜਾ ਰਾਮ ਸਿੰਘ ਜੀ ਪਾਪ ਸਤਿਗੁਰੂ ਰਾਮ ਸਿੰਘ ਦੇ ਅੰਦਰ ਨੇ, ਬਾਹਰ ਨਹੀਂ ਹਨ। ਉਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਆਪ ਉੱਥੇ ਜਾ ਕੇ ਦਰਸ਼ਨ ਕਰਕੇ ਆਇਆ ਉਹਨਾਂ ਦੇ। ਉਹ ਫਿਰ ਵਾਪਸ ਜਾਂਦਾ ਹੈ। ਉਹ ਨਦੀ ਕੋਲ ਜਾ ਕੇ ਦੇਖਦਾ ਕਿ ਸਤਿਗੁਰੂ ਰਾਮ ਸਿੰਘ ਜੀ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ, ਉੱਥੋਂ ਪਾਠ ਕਰ ਰਹੇ ਨੇ, ਭਜਨ ਕਰ ਰਹੇ ਨੇ, ਵਾਪਸ ਆ ਰਹੇ ਨੇ। ਉਹ ਮਗਰ ਸਤਿਗੁਰੂ ਰਾਮ ਸਿੰਘ ਦੇ ਆਉਂਦਾ ਗਿਆ ਅਫਸਰ। ਆਣ ਕੇ ਕੀ ਦੇਖਦਾ ਕਿ ਸਤਿਗੁਰੂ ਰਾਮ ਸਿੰਘ ਜੀ ਤਾਲੇ ਲੱਗੇ ਨੇ, ਸੰਤਰੀ ਬੈਠਾ ਆ, ਦਰਵਾਜ਼ੇ ਬੰਦ ਨੇ, ਕਿਸੇ ਨੂੰ ਕੁਝ ਵੀ ਨਹੀਂ ਆਖਿਆ। ਉਹਨਾਂ ਦਰਵਾਜ਼ਿਆਂ ਦੇ ਵਿੱਚੋਂ ਦੀ ਲੰਘ ਕੇ ਸਤਿਗੁਰੂ ਰਾਮ ਸਿੰਘ ਜੀ ਉਸ ਕਿਲ੍ਹੇ ਵਿੱਚ ਚਲੇ ਜਾਂਦੇ ਨੇ, ਉਸ ਬੰਗਲੇ ਵਿੱਚ ਚਲੇ ਜਾਂਦੇ ਨੇ। ਉਹ ਕੌਤਕ ਦੇਖ ਕੇ ਉਸ ਫਰੰਗੀ ਅਫਸਰ ਨੇ ਆਖ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਤਾਲਾ ਨਹੀਂ ਲਾਇਆ ਜਾਏਗਾ। ਜਿਸ ਤਰ੍ਹਾਂ ਇਹਨਾਂ ਦੀ ਮਰਜ਼ੀ ਹੋਏਗੀ ਇਹ ਉਸੇ ਤਰ੍ਹਾਂ ਰਹਿਣ, ਇਹਨਾਂ ਦੇ ਉੱਤੇ ਸਿਰਫ ਨਿਗਰਾਨੀ ਰੱਖਣੀ ਹੈ, ਤਾਲਾ ਨਹੀਂ ਲਾਉਣਾ। ਰੋਜ਼ ਬੱਗੀ ਇਹਨਾਂ ਦੇ ਹਾਜ਼ਰ ਹੋਵੇ। ਸਤਿਗੁਰੂ ਰਾਮ ਸਿੰਘ ਜੀ ਵਾਸਤੇ ਰੋਜ਼ ਸ਼ਾਮ ਨੂੰ ਬੱਗੀ ਆ ਜਾਂਦੀ ਸੀ, ਚਾਹੇ ਉਹ ਉਹਦੇ ਵਿੱਚ ਬੈਠ ਕੇ ਸਫ਼ਰ ਕਰਨ ਚਾਹੇ ਨਾ ਕਰਨ, ਪਰ ਉਹ ਅਫਸਰ ਦੇ ਕਹਿਣ 'ਤੇ ਰੋਜ਼ ਬੱਗੀ ਵਾਲੇ ਸਿਪਾਹੀ ਨੇ ਆਣ ਕੇ ਬੱਗੀ ਲੈ ਕੇ ਖੜ੍ਹੇ ਹੋ ਜਾਣਾ। ਜਦੋਂ ਕਿਤੇ ਜਾਣਾ ਹੋਵੇ ਬੱਗੀ 'ਤੇ ਹੀ ਜਾ ਕੇ ਗੁਰੂ ਸਾਹਿਬ ਸੈਰ ਕਰਿਆ ਕਰਦੇ ਸਨ। ਇਸ ਤਰ੍ਹਾਂ ਸੱਚ ਪਾਤਸ਼ਾਹ ਜੀ ਭਜਨ ਬਾਣੀ ਕਰਦੇ ਨੇ, ਸੰਗਤ ਤੋਂ ਦੂਰ ਇੱਥੇ ਉਸ ਬੰਗਲੇ ਵਿੱਚ ਨਿਵਾਸ ਕੀਤਾ ਹੋਇਆ ਹੈ। ਭੈਣੀ ਸਾਹਿਬ ਦੀ ਖਬਰ ਇਹ ਹੈ, ਮਗਰੋਂ ਸਤਿਗੁਰੂ ਹਰੀ ਸਿੰਘ ਜੀ ਨੂੰ ਚਾਬੀਆਂ ਮਿਲ ਗਈਆਂ, ਪ੍ਰਬੰਧ ਮਿਲ ਗਿਆ। ਪਹਿਲੇ 4 ਮਹੀਨੇ 25 ਪੁਲਿਸ ਅਫਸਰ ਜਿਹੜੇ ਸਨ ਉਹ ਰੱਖੇ ਗਏ। ਫਿਰ ਉਹ 4 ਮਹੀਨਿਆਂ ਤੋਂ ਬਾਅਦ
ਘਟਾ ਕੇ 6-7 ਅਫਸਰ ਜਿਹੜੇ ਸਨ, ਪੁਲਿਸ ਵਾਲੇ, ਸਿਪਾਹੀ, ਇੱਕ ਉਹਨਾਂ ਦੇ ਉੱਤੇ ਹੌਲਦਾਰ, ਉਹ ਰੱਖਿਆ ਗਿਆ। ਡਿਓੜੀ ਦੇ ਬਾਹਰ ਉਹਨਾਂ ਨੂੰ ਬਿਠਾ ਦਿੱਤਾ ਗਿਆ। ਰਜਿਸਟਰ ਲੱਗ ਗਿਆ ਜਿਹਦੇ ਉੱਤੇ ਰੋਜ਼ ਲਿਖਿਆ ਜਾਂਦਾ ਹੈ ਕੌਣ ਅੰਦਰ ਜਾ ਰਿਹਾ, ਕੌਣ ਬਾਹਰ ਆ ਰਿਹਾ। ਪੂਰਾ ਲਿਖ ਕੇ ਹਿਸਾਬ ਹੁੰਦਾ ਹੈ। 5 ਸਿੱਖਾਂ ਤੋਂ ਵੱਧ ਅੰਦਰ ਜਾਣ ਨਹੀਂ ਦਿੱਤਾ ਜਾਂਦਾ। ਜੇ ਕੋਈ ਸਿੱਖ ਆਉਂਦਾ ਹੈ ਉਹ ਮਿਲਣ ਨਹੀਂ ਦਿੰਦੇ, ਦਰਸ਼ਨ ਨਹੀਂ ਕਰਨ ਦਿੰਦੇ ਸਤਿਗੁਰੂ ਹਰੀ ਸਿੰਘ ਜੀ ਦੇ। ਅੰਦਰ ਗੁਰਦੁਆਰੇ ਜਾਣ ਨਹੀਂ ਦਿੰਦੇ, ਕਿਸੇ ਨੂੰ ਪ੍ਰਸ਼ਾਦਾ ਪਾਣੀ ਛਕਣ ਨਹੀਂ ਦਿੰਦੇ। ਬੜਾ ਕਠਿਨਾਈ ਦਾ ਸਮਾਂ ਸ਼ੁਰੂ ਹੋ ਗਿਆ। ਸਤਿਗੁਰੂ ਹਰੀ ਸਿੰਘ ਜੀ ਦੇ ਉੱਤੇ ਜਿਹੜੇ ਉਸ ਸਮੇਂ ਬਾਬਾ ਬੁੱਧ ਸਿੰਘ ਜੀ ਦੇ ਰੂਪ ਵਿੱਚ ਸਨ, ਜਿਹੜਾ ਸੁੱਖੂ ਨੰਬਰਦਾਰ ਸੀ ਭੈਣੀ ਸਾਹਿਬ ਦਾ, ਉਹ ਨੰਬਰਦਾਰ ਨੇ ਬਹੁਤ ਸ਼ਿਕਾਇਤਾਂ ਲਾਉਣੀਆਂ, ਮੁਖਬਰੀ ਕਰਨੀ। ਉਹਨੇ ਜਾ ਕੇ ਝੂਠੀਆਂ ਤੋਹਮਤਾਂ ਲਾਉਣੀਆਂ ਕਿ ਡੇਰੇ ਵਿੱਚ ਆਹ ਹੁੰਦਾ, ਇਸ ਤਰ੍ਹਾਂ ਹੁੰਦਾ। ਅਨੇਕਾਂ ਹੀ ਇਸ ਤਰ੍ਹਾਂ ਦੇ ਕੰਮ ਚੱਲਦੇ ਰਹੇ। ਬਾਬਾ ਦਰਬਾਰਾ ਸਿੰਘ ਜੀ ਵੀ ਸਤਿਗੁਰੂ ਹਰੀ ਸਿੰਘ ਜੀ ਦੇ ਕੋਲ ਇੱਥੇ ਰਹਿੰਦੇ ਸਨ। ਸਤਿਗੁਰੂ ਰਾਮ ਸਿੰਘ ਜੀ ਦੇ ਪਿਤਾ ਜੀ ਦਾ ਸਮਾਂ ਅੰਤਲਾ ਸਮਾਂ ਆਉਂਦਾ ਹੈ। ਇੱਕ ਦਿਨ ਸਵੇਰੇ ਉੱਠ ਕੇ ਬਾਬਾ ਜੱਸਾ ਸਿੰਘ ਜੀ ਉਹ ਸਤਿਗੁਰੂ ਹਰੀ ਸਿੰਘ ਜੀ ਨੂੰ ਦੱਸਦੇ ਨੇ ਕਿ ਅੱਜ ਰਾਤ ਸੁਪਨਾ ਆਇਆ ਮੈਨੂੰ। ਸੁਪਨੇ ਵਿੱਚ ਕੀ ਹੋਇਆ ਕਿ ਦੋਵੇਂ ਭਰਾ, ਭਾਵ ਸਤਿਗੁਰੂ ਰਾਮ ਸਿੰਘ ਜੀ ਅਤੇ ਸਤਿਗੁਰੂ ਹਰੀ ਸਿੰਘ ਜੀ, ਦੋਵੇਂ ਭਰਾਵਾਂ ਨੇ ਮੈਨੂੰ ਚੁੱਕ ਕੇ ਇੱਕ ਰੱਥ 'ਤੇ ਬਿਠਾ ਦਿੱਤਾ। ਰੱਥ 'ਤੇ ਬਿਠਾ ਕੇ ਤੇ ਉਸ ਰੱਥ ਨੂੰ ਤੋਰ ਦਿੱਤਾ, ਜਾਓ ਬਈ। ਆਂਦੇ ਮੈਂ ਇਹ ਸੁਪਨਾ ਅੱਜ ਰਾਤ ਵੇਖਿਆ। ਆਂਦੇ ਮੈਨੂੰ ਪਤਾ ਲੱਗ ਗਿਆ ਕਿ ਹੁਣ ਮੇਰਾ ਅੰਤਲਾ ਸਮਾਂ ਨੇੜੇ ਆ ਗਿਆ, ਜਿਹੜਾ ਮੈਨੂੰ ਇਹਨਾਂ ਨੇ ਰੱਥ 'ਤੇ ਚੜ੍ਹਾ ਕੇ ਭੇਜਿਆ। 2 ਦਿਨ ਲੰਘੇ। ਬਾਬਾ ਜੱਸਾ ਸਿੰਘ ਜੀ ਦੀ ਸਿਹਤ ਢਿੱਲੀ ਨਹੀਂ, ਬਿਲਕੁਲ ਨੋਰਮਲ ਨੇ, ਠੀਕ ਠਾਕ ਨੇ। ਅੰਮ੍ਰਿਤ ਵੇਲੇ ਸਵਾ ਪਹਿਰ ਰਹਿੰਦਿਆਂ ਰਾਤ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਮੰਜੇ 'ਤੇ ਬਿਰਾਜਮਾਨ ਨੇ, ਬੈਠੇ ਨਾਮ ਸਿਮਰਨ ਕਰ ਰਹੇ ਸਨ। ਨਾਮ ਸਿਮਰਨ ਕਰਦਿਆਂ ਕਰਦਿਆਂ ਸਿੱਖ ਨੇ ਹੱਥ ਲਾ ਕੇ ਵੇਖਿਆ ਕਿ ਬਾਬਾ ਜੀ ਦੀ ਮੂਰਤ ਹਿੱਲ ਨਹੀਂ ਰਹੀ। ਫਿਰ ਉਹਨੇ ਨਬਜ਼ ਵੇਖੀ ਅਤੇ ਉਹ ਦੇਖਦਾ ਕਿ ਦੇਹ ਇੱਥੇ ਰਹਿ ਗਈ ਹੈ, ਉਹ ਸਰੀਰ ਜਿਹੜਾ ਉਹ ਪ੍ਰਾਣ ਤਿਆਗ ਦਿੱਤੇ ਨੇ, ਬਾਬਾ ਜੀ ਚਲੇ ਗਏ। ਸਤਿਗੁਰੂ ਰਾਮ ਸਿੰਘ ਜੀ ਨੂੰ ਅਰਜ਼ ਕੀਤੀ ਸੀ ਬਾਬਾ ਜੱਸਾ ਸਿੰਘ ਜੀ ਨੇ ਕਿ ਜਦੋਂ ਮੇਰਾ ਸਰੀਰ ਸ਼ਾਂਤ ਹੋਵੇ, ਇੱਕ ਤੁਸੀਂ ਮੇਰੇ ਕੋਲ ਹੋਵੋ, ਮੇਰਾ ਪੰਚਕਾਂ ਵਿੱਚ ਸਰੀਰ ਨਾ ਛੁੱਟੇ, ਮੈਂ ਬਾਬਾ ਮਨਸਾ ਰਾਮ ਦੀ ਸਮਾਧ ਦੇ ਕੋਲ ਮੇਰਾ ਸਰੀਰ ਦਾ ਸੰਸਕਾਰ ਹੋਵੇ। ਇਹ 3 ਅਰਜ਼ਾਂ ਕੀਤੀਆਂ ਸੀ ਬਾਬਾ ਜੱਸਾ ਸਿੰਘ ਜੀ ਨੇ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਸਨ, ਸੰਗਤ ਦੇ ਵੇਖਣ ਮਾਤਰ ਸੱਚ ਪਾਤਸ਼ਾਹ ਜੀ ਨਹੀਂ ਸਨ ਆਏ, ਪਰ ਰਾਗੀ ਜਥਾ ਕੀਰਤਨ ਕਰ ਰਿਹਾ ਉੱਥੇ ਨਾਲ ਹੀ ਇੱਕ ਹੋਰ ਪਿੰਡ ਵਿੱਚ ਆਸਾ ਦੀ ਵਾਰ ਲੱਗੀ ਹੋਈ ਹੈ। ਸੰਤ ਚੌਰ ਕਰਦੇ ਸਨ। ਉਹ ਚੌਰ ਤਾਂ ਕਰਦੇ ਸਨ, ਚੁੰਨੀ ਪਿੰਡ ਵਿੱਚ ਆਸਾ ਦੀ ਵਾਰ ਲੱਗੀ ਸੀ। ਸੰਤ ਚੌਰ ਤਾਂ ਕਰਦੇ ਸਨ, ਉਹਨਾਂ ਨੂੰ ਦਰਸ਼ਨ ਹੁੰਦਾ ਸੀ। ਆਪਾਂ ਆਸਣ ਵਿਛਾ ਲੈਂਦੇ ਹਾਂ, ਆਪਾਂ ਨੂੰ ਦਰਸ਼ਨ ਤਾਂ ਹੀ ਹੁੰਦਾ ਜੇ ਦੇਹ ਕਰਕੇ ਸੱਚ ਪਾਤਸ਼ਾਹ ਜੀ ਸਾਹਮਣੇ ਹੋਣ। ਪਰ ਉਹ ਸਿੱਖ ਐਸੇ ਸਨ ਕਿ ਉਹਨਾਂ ਨੂੰ ਦਰਸ਼ਨ ਹੁੰਦਾ ਸੀ, ਉਹ ਚੌਰ ਕਰਦੇ ਸਨ। ਉਹ ਚੌਰ ਕਰ ਰਹੇ ਨੇ। ਸਿੰਘ ਰਾਗੀ ਸਿੰਘ ਜਿਹੜੇ ਸਨ ਉਹ ਆਸਾ ਦੀ ਵਾਰ ਲਾ ਰਹੇ ਨੇ। ਆਸਾ ਦੀ ਵਾਰ ਲਾਉਂਦਿਆਂ ਲਾਉਂਦਿਆਂ ਜਿਹੜੇ ਤਬਲਾ ਵਜਾ ਰਹੇ ਸਨ ਉਹ ਰਾਗੀ ਜਿਹੜੇ ਸਨ ਮਸਤਾਨੇ ਹੋ ਗਏ। ਤਬਲਾ ਡਿੱਗ ਗਿਆ ਕਿਤੇ, ਮਸਤਾਨੇ ਹੋ ਗਏ ਇੱਕਦਮ। ਉਹਨਾਂ ਨੇ ਪੁੱਛਿਆ ਕੀ ਹੋਇਆ ਹੈ? ਉਹ ਕਹਿੰਦੇ ਸਤਿਗੁਰੂ ਰਾਮ ਸਿੰਘ ਜੀ ਆਏ ਸਨ ਅਤੇ ਕਹਿੰਦੇ ਕੀ ਹੁਕਮ ਕੀਤਾ ਉਹਨਾਂ ਨੇ? ਕਹਿੰਦੇ ਉਹਨਾਂ ਨੇ ਹੁਕਮ ਇਹ ਕੀਤਾ ਹੈ ਕਿ ਬਾਬੇ ਦੀ ਚੜ੍ਹਾਈ ਹੈ, ਅਸੀਂ ਚੱਲੇ ਹਾਂ ਭੈਣੀ ਸਾਹਿਬ ਨੂੰ। ਬਸ ਇੰਨਾ ਹੀ ਬਚਨ ਕੀਤਾ। ਫਿਰ ਦਵਾ ਦਵ ਉੱਥੋਂ ਸਿੱਖ ਭੇਜਿਆ। ਉਹ ਸਿੱਖ ਭੇਜਿਆ ਅਤੇ ਉਹਨੇ ਆਣ ਕੇ ਦੇਖਿਆ ਕਿ ਆਉਂਦਿਆਂ ਨੂੰ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਦੇ ਪਿਤਾ ਜੀ ਬਾਬਾ ਜੱਸਾ ਸਿੰਘ ਜੀ ਚੜ੍ਹਾਈ ਕਰ ਗਏ ਨੇ। ਜਿਹੜਾ ਉਹ ਬਚਨ ਕੀਤਾ ਸੀ ਨਾ ਵੀ ਤੁਸੀਂ ਮੇਰੇ ਕੋਲ ਹੋਏ ਹੋ, ਸੰਗਤ ਦੇ ਵੇਖਣ ਮਾਤਰ ਨਹੀਂ ਆਏ, ਪਰ ਉਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਆਣ ਕੇ ਦਰਸ਼ਨ ਦਿੱਤੇ। ਬਾਬਾ ਜੱਸਾ ਸਿੰਘ ਜੀ ਦੇ ਕੋਲ ਸਨ ਅੰਤਲੇ ਸਮੇਂ। ਫਿਰ ਜਦੋਂ ਸੰਸਕਾਰ ਕਰਨਾ ਸੀ, ਦਿਨ ਦਾ ਚੜ੍ਹਾਅ ਹੋਇਆ, ਸਤਿਗੁਰੂ ਹਰੀ ਸਿੰਘ ਜੀ ਲੱਕੜਾਂ ਇਕੱਠੀਆਂ ਕਰਾ ਕੇ ਚਿਖਾ ਸਜਾਈ। ਚਿਖਾ ਜਦੋਂ ਸਜਾਈ ਅਤੇ ਜਿਹੜਾ ਸੁੱਖੂ ਨੰਬਰਦਾਰ ਸੀ ਭੈਣੀ ਸਾਹਿਬ ਦਾ, ਉਹ ਔਖਾ ਹੋਣ ਲੱਗ ਗਿਆ ਕਿ ਮੈਂ ਇੱਥੇ ਖੇਤਾਂ ਵਿੱਚ ਇਹਨਾਂ ਦਾ ਸੰਸਕਾਰ ਨਹੀਂ ਹੋਣ ਦੇਣਾ। ਹੱਡੀਆਂ ਜਿਹੜੀਆਂ ਨੇ ਉਹ ਇੱਥੇ ਸਾਡੇ ਦਾਣਿਆਂ ਵਿੱਚ ਰਲਣਗੀਆਂ, ਇਸ ਕਰਕੇ ਅਸੀਂ ਇੱਥੇ ਖੇਤੀ ਕਰਦੇ ਹਾਂ, ਵਾਹੀ ਕਰਦੇ ਹਾਂ, ਇੱਥੇ ਸੰਸਕਾਰ ਨਹੀਂ ਕਰਨ ਦੇਣਾ। ਚਿਖਾ ਸੱਜੀ ਹੋਈ, ਉਹਨੇ ਰੌਲਾ ਪਾ ਕੇ ਚੁਕਾ ਦਿੱਤੀ। ਫਿਰ ਸਤਿਗੁਰੂ ਹਰੀ ਸਿੰਘ ਜੀ ਸੋਚਿਆ ਕਿ ਉੱਧਰ ਕਰ ਲਈਏ, ਰਾਈਆਂ ਵਿਖੇ ਜਾ ਕੇ ਕਰ ਲਈਏ ਸੰਸਕਾਰ। ਹਲੇ ਇਸ ਤਰ੍ਹਾਂ ਦੀ ਗੱਲ ਚੱਲਦੀ ਪਈ ਸੀ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਉਹ ਬਾਬਾ ਮਨਸਾ ਰਾਮ ਦੀ ਸਮਾਧ ਜਿਹੜੀ ਜਿੱਥੇ ਨਾ, ਉੱਥੋਂ ਇੱਕ ਸੇਵਕ ਆਇਆ ਉਹਨਾਂ ਦਾ, ਅਤੇ ਉਹਨੇ ਆਣ ਕੇ ਯਾਦ ਕਰਾਇਆ ਕਿ ਬਾਬਾ ਜੀ ਦੀ ਅੰਤਮ ਇੱਛਾ ਇਹ ਸੀ ਕਿ ਸੰਸਕਾਰ ਉੱਥੇ ਹੋਵੇ ਉਹਨਾਂ ਦਾ, ਇਸ ਕਰਕੇ ਕਿਰਪਾ ਕਰੋ ਸੰਸਕਾਰ ਸਾਡੇ ਉੱਥੇ ਸਮਾਧ ਦੇ ਕੋਲ ਲਿਜਾ ਕੇ ਕਰੋ।
ਫਿਰ ਉੱਥੇ ਲਿਜਾ ਕੇ ਬਾਬਾ ਮਨਸਾ ਰਾਮ ਜੀ ਦੀ ਸਮਾਧ ਦੇ ਕੋਲ ਬਾਬਾ ਜੱਸਾ ਸਿੰਘ ਦਾ ਸੰਸਕਾਰ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਦਾ ਸੰਸਕਾਰ ਹੁੰਦਾ। ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਹਰੀ ਸਿੰਘ ਜੀ ਬਚਨ ਕਰਦੇ ਸਨ। ਬਾਬਾ ਖੁਸ਼ਹਾਲ ਸਿੰਘ ਜੀ ਕੋਲ ਆਉਂਦੇ ਨੇ ਦਰਸ਼ਨ ਕਰਨ ਲਈ ਕੋਲ ਆਉਂਦੇ ਨੇ। ਇਹ ਸਤਿਗੁਰੂ ਰਾਮ ਸਿੰਘ ਜੀ ਨੂੰ ਪ੍ਰਦੇਸ਼ ਗਏ 2.5 ਕੁ ਸਾਲ ਹੋ ਗਏ ਸਨ। ਇੱਕ ਸਿੱਖ ਨੇ ਅਰਜ਼ ਕੀਤੀ ਕਿ ਮੈਨੂੰ ਹੁਕਮ ਹੋਇਆ ਸੀ ਕਿ 2.5 ਕੁ ਸਾਲਾਂ ਬਾਅਦ ਅਸੀਂ ਆਵਾਂਗੇ, ਪਰ ਹੁਣ ਕਿਸ ਤਰ੍ਹਾਂ ਮੈਂ ਪੁੱਛਾਂ ਕਿ ਕਿਸ ਤਰ੍ਹਾਂ ਆਉਣਗੇ ਸਤਿਗੁਰੂ ਰਾਮ ਸਿੰਘ ਜੀ, ਕਦੋਂ ਦਰਸ਼ਨ ਦੇਣਗੇ, ਉਹ ਇੱਥੇ ਹੈ ਕਿ ਨਹੀਂ ਹੈ। ਉਹਦੇ ਮਨ 'ਚ ਇਸ ਤਰ੍ਹਾਂ ਦੇ ਬੜੇ ਸ਼ੰਕੇ ਸਨ। ਅਤੇ ਉਹ ਸਤਿਗੁਰੂ ਹਰੀ ਸਿੰਘ ਜੀ ਕੋਲ ਉਸ ਸਮੇਂ ਬਾਬਾ ਬੁੱਧ ਸਿੰਘ ਦੇ ਰੂਪ ਵਿੱਚ ਸਨ, ਉਹਨਾਂ ਕੋਲ ਆਇਆ ਅਤੇ ਉਹਦੇ ਮਨ ਵਿੱਚ ਤਾਂ ਕੋਈ ਸ਼ੰਕਾ, ਮੂੰਹ 'ਤੇ ਨਾ ਕੁਝ ਬੋਲਿਆ, ਅਤੇ ਸਤਿਗੁਰੂ ਹਰੀ ਸਿੰਘ ਜੀ ਕੋਲ ਬੈਠ ਗਿਆ। ਸਤਿਗੁਰੂ ਹਰੀ ਸਿੰਘ ਜੀ ਬਾਬਾ ਖੁਸ਼ਹਾਲ ਸਿੰਘ ਜੀ ਨੂੰ ਬਚਨ ਕਰਦੇ ਨੇ। ਬਾਬਾ ਖੁਸ਼ਹਾਲ ਸਿੰਘ ਜੀ ਬਚਨ ਕਰਦੇ ਨੇ ਕਿ ਮੈਂ ਰੋਜ਼ ਬਾਹਰ ਜਾ ਕੇ ਬੜਾ ਰੋਣਾ, ਬੜਾ ਵਿਰਲਾਪ ਕਰਨਾ ਕਿ ਤੁਸੀਂ ਕਿੱਥੇ ਚਲੇ ਗਏ ਹੋ, ਸਾਨੂੰ ਤੁਹਾਡਾ ਪਤਾ ਹੀ ਨਹੀਂ ਲੱਗਦਾ। ਸਾਨੂੰ ਇੰਨਾ ਤਾਂ ਪਤਾ ਵੀ ਇਲਾਹਾਬਾਦ ਤੱਕ ਗਏ ਹੋ, ਪਰ ਇਲਾਹਾਬਾਦ ਤੋਂ ਅੱਗੇ ਕਿੱਥੇ ਲੈ ਗਏ ਨੇ ਤੁਹਾਨੂੰ, ਸਾਨੂੰ ਉਹ ਨਹੀਂ ਸਮਝ ਆ ਰਹੀ। ਕਿਰਪਾ ਕਰੋ, ਦਰਸ਼ਨ ਦਿਓ। ਅਤੇ ਮੈਂ ਇਸ ਤਰ੍ਹਾਂ ਬੜਾ ਵਿਰਲਾਪ ਕਰਨਾ। 5000 ਰੁਪਈਆ ਮੇਰੇ ਕੋਲ ਸੀ, ਸਤਿਗੁਰੂ ਰਾਮ ਸਿੰਘ ਜੀ ਦਿੱਤਾ ਸੀ। ਹੁਕਮ ਕਰਦੇ ਨੇ ਸਤਿਗੁਰੂ ਹਰੀ ਸਿੰਘ ਜੀ ਬਾਬਾ ਖੁਸ਼ਹਾਲ ਸਿੰਘ ਨੂੰ ਕਿ ਮੈਂ ਉਹ ਵੀ ਕੱਢ ਕੇ ਵਰਤ ਲਿਆ। ਜਦੋਂ ਉਹ ਵੀ ਵਰਤ ਲਿਆ ਤਾਂ ਫਿਰ ਮੈਂ ਆਖਾਂ ਕਿ ਹੁਣ ਇਹ ਲੰਗਰ ਦੀ ਕਾਰ ਕਿਸ ਤਰ੍ਹਾਂ ਚੱਲੇਗੀ। ਅਤੇ ਮੈਂ ਬਹੁਤ ਵਿਰਲਾਪ ਕਰਨਾ। ਸਤਿਗੁਰੂ ਰਾਮ ਸਿੰਘ ਜੀ ਮੈਨੂੰ ਦਰਸ਼ਨ ਦਿੱਤਾ, ਮੇਰੇ ਮੋਢੇ 'ਤੇ ਹੱਥ ਰੱਖਿਆ ਅਤੇ ਬਚਨ ਕੀਤਾ, ਭਾਈ ਰੋਣਾ ਨਹੀਂ, ਵਿਰਾਗ ਨਹੀਂ ਕਰਨਾ, ਅਸੀਂ ਸਦਾ ਹੀ ਤੇਰੇ ਕੋਲ ਹਾਂ, ਇਹ ਪ੍ਰਵਾਹ ਨਾ ਕਰੀ, ਤੂੰ ਲੰਗਰ ਚਲਾ, ਇਹ ਕਾਰ ਗੁਰੂ ਘਰ ਦੀ ਆਪਣੇ ਆਪ ਚੱਲਦੀ ਰਹੇਗੀ, ਇਹ ਨਹੀਂ ਖਤਮ ਹੁੰਦੀ, ਇਹ ਨਹੀਂ ਬੰਦ ਹੁੰਦੀ। ਉਹ ਸਤਿਗੁਰੂ ਹਰੀ ਸਿੰਘ ਜਦੋਂ ਇਹ ਬਚਨ ਕੀਤਾ ਤਾਂ ਦੂਸਰੇ ਸਿੱਖ ਦਾ ਵੀ ਜਿਹੜਾ ਸ਼ੰਕਾ ਸੀ ਉਹ ਨਿਮ੍ਰਿਤ ਹੋਇਆ। ਅਤੇ ਸਤਿਗੁਰੂ ਰਾਮ ਸਿੰਘ ਜਿਹੜਾ ਬਚਨ ਕੀਤਾ, ਸਤਿਗੁਰੂ ਹਰੀ ਸਿੰਘ ਜੀ ਦੱਸ ਰਹੇ ਨੇ ਕਿ ਜਿੱਦਣ ਇਹ ਬਚਨ ਕੀਤਾ ਨਾ ਉਹਨਾਂ ਨੇ ਕਿ ਲੰਗਰ ਦੀ ਕਾਰ ਆਪਣੇ ਆਪ ਚੱਲਦੀ ਰਹੇਗੀ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਉਹ ਕਹਿੰਦੇ ਕਿ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਇਹ ਲੰਗਰ ਜਿਹੜਾ ਆ ਇਹ ਕਿਸ ਤਰ੍ਹਾਂ ਚੱਲ ਰਿਹਾ ਆ, ਆਪਣੇ ਆਪ ਭੇਟਾ ਹੁੰਦੀ ਹੈ, ਆਪਣੇ ਆਪ ਇੰਤਜ਼ਾਮ ਹੁੰਦੇ ਨੇ। ਇਹ ਤਾਂ ਉਹਨਾਂ ਦੀ ਰਜਾ ਦੇ ਨਾਲ, ਬਖਸ਼ਿਸ਼ ਨਾਲ ਹੀ ਲੰਗਰ ਚੱਲ ਰਿਹਾ। ਬਾਬਾ ਦਰਬਾਰਾ ਸਿੰਘ ਜੀ ਰਾਏਪੁਰ ਦੇ ਸਨ, ਬਹੁਤ ਤਗੜੇ ਅਮਲੀ ਸਨ। ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦਿੱਤਾ ਅਤੇ ਹੁਕਮ ਕੀਤਾ, ਆ ਤੈਨੂੰ ਇੱਕ ਅਮਲ ਦਈਏ, ਸਾਰੇ ਅਮਲਾਂ ਤੋਂ ਸਭ ਤੋਂ ਵੱਡਾ ਅਮਲ ਦਿੰਦੇ ਹਾਂ। ਭਜਨ ਦੇ ਦਿੱਤਾ। ਜਿਹੜਾ ਬਹੁਤ ਤਗੜੇ ਅਮਲੀ ਸਨ, ਸੱਚ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ 500 ਚਿੜਾ, 2 ਬੱਕਰੇ, ਇੰਨੇ ਕੁੱਕੜ, ਉਹ ਇੰਨਾ ਕੁਝ ਪਾ ਕੇ ਸ਼ਰਾਬ ਦੇ ਨਾਣ ਵਿੱਚ ਅਤੇ ਫਿਰ ਸ਼ਰਾਬ ਕੱਢਿਆ ਕਰਦੇ ਸਨ। ਅਤੇ ਅਫੀਮ ਇੰਨੀ ਵਰਤਦੇ ਸਨ ਕਿ ਜਦੋਂ ਸਵੇਰੇ ਬਾਹਰ ਜੰਗਲ ਜਾਣਾ ਅਤੇ ਜਾ ਕੇ ਦਰਖਤਾਂ ਨੂੰ ਲਾ ਆਉਣੀ। ਉਸ ਸਮੇਂ ਮਨਾਹੀ ਨਹੀਂ ਸੀ ਹੁੰਦੀ ਅਫੀਮ ਦੀ, ਵੀ ਜਦੋਂ ਕੱਲ੍ਹ ਨੂੰ ਕਿਤੇ ਇੱਧਰ ਆਵਾਂਗੇ, ਜੇ ਘਰੋਂ ਚੇਤਾ ਭੁੱਲ ਵੀ ਗਿਆ ਲਿਆਉਣ ਦਾ, ਅਤੇ ਆਪਾਂ ਇਸ ਰੁੱਖ ਤੋਂ ਲਾ ਕੇ ਖਾ ਲਾਂਗੇ। ਇਸ ਤਰ੍ਹਾਂ ਦੇ ਨਸ਼ਈ ਸਨ, ਕਿਉਂਕਿ ਰਾਏਪੁਰ ਦੇ ਲੋਕ ਬਹੁਤ ਵੱਡੇ ਨਸ਼ਈ ਸਨ। ਬਾਬਾ ਦਰਬਾਰਾ ਸਿੰਘ ਜੀ ਸਭ ਤੋਂ ਵੱਡੇ ਨਸ਼ਈ ਸਨ। ਜਦੋਂ ਸਤਿਗੁਰੂ ਰਾਮ ਸਿੰਘ ਜੀ ਭਜਨ ਦਿੱਤਾ, ਐਸੀ ਰੰਗਤ ਚੜ੍ਹ ਗਈ, ਐਸਾ ਨਾਮ ਦਾ ਨਸ਼ਾ ਹੋਇਆ, ਉਸ ਤੋਂ ਬਾਅਦ ਬਾਕੀ ਸਾਰੇ ਨਸ਼ੇ ਖਤਮ ਹੋ ਗਏ। ਉਹ ਬਾਬਾ ਦਰਬਾਰਾ ਸਿੰਘ ਜੀ ਭੈਣੀ ਸਾਹਿਬ ਰਹਿੰਦੇ ਸਨ। ਜਿੰਨਾ ਵੀ ਭੈਣੀ ਸਾਹਿਬ ਦਾ ਕਾਰਜ ਸੀ ਸਰਕਾਰੀ ਦਰਬਾਰੇ, ਉਹ ਲੁਧਿਆਣੇ ਜਾਇਆ ਕਰਨਾ, ਉਹਨਾਂ ਨੇ ਕੋਈ ਵੀ ਕੰਮ ਹੋਣਾ ਉਹ ਆਪ ਜਾਇਆ ਕਰਦੇ ਸਨ। ਬਾਬਾ ਦਰਬਾਰਾ ਸਿੰਘ ਜੀ ਲੁਧਿਆਣੇ ਜਾਂਦੇ ਨੇ। ਉੱਥੇ ਜਿਹੜਾ ਬਾਰ ਬਟਨ ਜਿਹੜਾ ਅਫਸਰ ਸੀ, ਉਹਦੀ ਮੇਮ ਨੇ ਬਾਬਾ ਦਰਬਾਰਾ ਸਿੰਘ ਨੂੰ ਆਖਿਆ ਕਿ ਆਪਕੋ ਪਤਾ ਹੈ ਗੁਰੂ ਰਾਮ ਸਿੰਘ ਕਹਾਂ ਹੈ। ਉਹ ਕਹਿੰਦਾ ਜੀ ਨਹੀਂ, ਸਾਨੂੰ ਨਹੀਂ ਪਤਾ। ਫਿਰ ਉਹਨੇ ਦੱਸਿਆ, ਕਹਿੰਦੀ ਇੱਥੋਂ ਟ੍ਰੇਨ ਚੱਲਦੀ ਏ, ਉੱਥੋਂ ਕਲਕੱਤੇ ਜਾਈਦਾ ਹੈ, ਕਲਕੱਤਿਓਂ ਇੱਕ ਜਹਾਜ਼ ਜਾਂਦਾ ਹੈ, ਉਹ ਰੰਗੂਨ ਲੈ ਕੇ ਜਾਏਗਾ, ਰੰਗੂਨ ਵਿੱਚ ਫਲਾਣੀ ਸੜਕ 'ਤੇ ਉਹ ਫਲਾਣੇ ਪਾਸੇ ਇੱਕ ਬੰਗਲਾ ਆ, ਉੱਥੇ ਬਾਬਾ ਰਾਮ ਸਿੰਘ ਜੀ ਨੇ ਤੁਹਾਡੇ। ਜਿਹੜਾ ਬਾਰ ਬਟਨ ਸੀ ਅਫਸਰ, ਉਹਨੂੰ ਮੇਮ ਨੂੰ ਝਿੜਕੇ ਕਿ ਤੂੰ ਕਿਉਂ ਦੱਸਦੀ ਏ ਕਿ ਇਹਨਾਂ ਦੇ ਗੁਰੂ ਕਿੱਥੇ ਨੇ, ਆਪਾਂ ਨੂੰ ਹੁਕਮ ਨਹੀਂ ਪਿੱਛੋਂ ਸਰਕਾਰ ਦਾ ਦੱਸਣ ਦਾ, ਤੂੰ ਕਿਉਂ ਦੱਸਦੀ ਏ। ਉਹ ਕਹਿੰਦੀ ਹੈ, ਜੇ ਆਪਾਂ ਨੂੰ ਸਾਡਾ ਈਸਾ ਕੋਈ ਇਸ ਤਰ੍ਹਾਂ ਦੂਰ ਚਲੇ ਜਾਵੇ ਅਤੇ ਸਾਨੂੰ ਸਾਡੇ ਈਸੇ ਦੀ ਕੋਈ ਸੋਹ ਪਾਵੇ, ਕੋਈ ਦੱਸੇ, ਅਤੇ ਸਾਡਾ ਮਨ ਕਿੰਨਾ ਖੁਸ਼ ਹੋਏਗਾ। ਅਤੇ ਫਿਰ ਕੀ ਹੋ ਗਿਆ ਜੇ ਮੈਂ ਇਹਨਾਂ ਦੇ ਗੁਰੂ ਬਾਰੇ ਦੱਸ ਦਿੱਤਾ। ਬਾਬਾ ਦਰਬਾਰਾ ਸਿੰਘ ਜੀ ਜਾਂ ਸੰਗਤ ਜਿਹੜੀ ਸੀ ਉਹ ਤਾਂ ਅੱਗੇ ਹੀ ਲੱਭਦੀ ਸੀ, ਸਾਨੂੰ ਕਿਤੋਂ ਰਸਤਾ ਮਿਲੇ, ਪਤਾ ਲੱਗੇ ਸਤਿਗੁਰੂ ਰਾਮ ਸਿੰਘ ਜੀ ਕਿੱਥੇ ਨੇ। ਉਹ ਦਵਾ ਦਵ ਬਾਹਰ ਆਏ, ਉਹਨਾਂ ਨੇ ਸਾਰਾ ਹਾਲ ਲਿਖ ਲਿਆ। ਜਦੋਂ ਉਹਨਾਂ ਨੇ ਇਹ ਸਾਰਾ ਹਾਲ ਲਿਖ ਲਿਆ, ਭੈਣੀ ਸਾਹਿਬ ਆਉਂਦੇ ਨੇ, ਆਣ ਕੇ
ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਅਰਜ਼ ਕਰਦੇ ਨੇ ਵੀ ਇਸ ਤਰ੍ਹਾਂ ਪਤਾ ਲੱਗਾ ਜੀ ਕਿ ਸਤਿਗੁਰੂ ਰਾਮ ਸਿੰਘ ਜੀ ਰੰਗੂਨ ਵਿੱਚ ਨੇ। ਫਿਰ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ ਬਾਬਾ ਦਰਬਾਰਾ ਸਿੰਘ ਨੂੰ, ਫਿਰ ਤੁਸੀਂ ਹੀ ਜਾਓ ਰੰਗੂਨ। ਉੱਥੋਂ ਆਗਿਆ ਲੈ ਕੇ ਬਾਬਾ ਦਰਬਾਰਾ ਸਿੰਘ ਜੀ ਉਹ, ਕਿਉਂਕਿ ਬਾਬਾ ਜਿੰਨੇ ਵੀ ਭੈਣੀ ਸਾਹਿਬ ਵਿੱਚ ਸਿੱਖ ਸਨ ਉਹਨਾਂ ਦੇ ਨਾਮ ਲਿਖੇ ਹੋਏ ਸਨ, ਆਪਣੀ ਮਰਜ਼ੀ ਨਾਲ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਨਹੀਂ ਸਨ ਜਾ ਸਕਦੇ। ਉਹਨਾਂ ਨੇ ਪਹਿਲਾਂ ਇਹ ਅਰਜ਼ੀ ਪਾਈ, ਭਾਵ ਉਹਨਾਂ ਨੇ ਇੱਕ ਐਪਲੀਕੇਸ਼ਨ ਸਬਮਿਟ ਕੀਤੀ, ਜਾ ਕੇ ਅਫਸਰ ਨੂੰ ਦਿੱਤੀ ਕਿ ਮੈਂ ਪਟਿਆਲੇ ਜਾਣਾ ਹੈ, ਭੈਣੀ ਸਾਹਿਬ ਤੋਂ ਪਟਿਆਲੇ ਜਾਣਾ ਹੈ, ਮੇਰਾ ਮੁੰਡਾ ਪਟਿਆਲੇ ਨੌਕਰੀ ਕਰਦਾ ਹੈ, ਮੈਂ ਉਹਦੇ ਕੋਲ ਜਾਣਾ, ਮੈਨੂੰ 1 ਮਹੀਨੇ ਦੀ ਛੁੱਟੀ ਦਿੱਤੀ ਜਾਵੇ, ਮੈਂ 1 ਮਹੀਨਾ ਉਹਦੇ ਕੋਲ ਰਹਿ ਕੇ ਫਿਰ ਵਾਪਸ ਭੈਣੀ ਸਾਹਿਬ ਆ ਜਾਵਾਂਗਾ। ਉਹ ਇਸ ਤਰ੍ਹਾਂ ਉਹਨਾਂ ਨੂੰ ਮਨਜ਼ੂਰੀ ਮਿਲ ਗਈ। ਉਹ ਵਾਪਸ ਆਪਣੇ ਭੈਣੀ ਸਾਹਿਬ ਨੂੰ ਚੱਲਦੇ ਨੇ, ਪਟਿਆਲੇ ਆਪਣੇ ਮੁੰਡੇ ਕੋਲ ਆਉਂਦੇ ਨੇ, ਆਪਣੇ ਮੁੰਡੇ ਨੂੰ ਕਹਿ ਦਿੰਦੇ ਨੇ ਕਿ ਮੈਂ ਤਾਂ ਚਲੇ ਜਾਣਾ ਰੰਗੂਨ, ਜੇ ਕੋਈ ਮੇਰਾ ਪਿੱਛੋਂ ਪੁੱਛਣ ਵਾਸਤੇ ਆਵੇ ਕਿ ਬਾਬਾ ਦਰਬਾਰਾ ਸਿੰਘ ਕਿੱਥੇ ਹੈ ਅਤੇ ਤੂੰ ਆਖੀ ਜੀ ਮੈਨੂੰ ਨਹੀਂ ਪਤਾ, ਅੰਦਰ ਦਰਵਾਜ਼ਾ ਬੰਦ ਆ, ਸਾਰਾ ਦਿਨ ਭਜਨ ਬੰਦਗੀ ਕਰਦੇ ਰਹਿੰਦੇ ਨੇ, ਰਾਤ ਨੂੰ ਕਿਤੇ ਬਾਹਰ ਜਾਂਦੇ ਨੇ ਜੰਗਲ ਮੈਦਾਨ ਲਈ, ਮੈਨੂੰ ਨਹੀਂ ਪਤਾ ਕਦੋਂ ਜਾਂਦੇ ਨੇ ਕਦੋਂ ਆ ਜਾਂਦੇ ਨੇ, ਸਾਰਾ ਦਿਨ ਅੰਦਰ ਹੀ ਬੰਦਗੀ ਕਰਦੇ ਰਹਿੰਦੇ ਨੇ। ਸਿਰਫ ਇੰਨੀ ਗੱਲ ਹੀ ਕਹਿਣੀ ਹੈ। ਉਹ ਇੰਨੀ ਗੱਲ ਉੱਧਰੋਂ ਕਰਕੇ ਫਿਰ ਉਹ ਰੰਗੂਨ ਨੂੰ ਚੱਲਦੇ ਨੇ, ਕਲਕੱਤੇ ਜਾਂਦੇ ਨੇ, ਉੱਥੋਂ 7 ਦਿਨਾਂ 'ਚ ਜਹਾਜ਼ ਆਉਂਦਾ ਹੁੰਦਾ ਸੀ, ਉਹ ਜਹਾਜ਼ 'ਤੇ ਚੜ੍ਹ ਕੇ ਉਹ ਰੰਗੂਨ ਪਹੁੰਚ ਜਾਂਦੇ ਨੇ। ਜਿਸ ਥਾਂ 'ਤੇ ਉਸ ਮੇਮ ਨੇ ਬੰਗਲਾ ਦੱਸਿਆ ਸੀ ਸਤਿਗੁਰੂ ਰਾਮ ਸਿੰਘ ਜੀ ਦਾ, ਉਸ ਬੰਗਲੇ ਦੇ ਕੋਲ ਜਾ ਕੇ ਬਾਬਾ ਦਰਬਾਰਾ ਸਿੰਘ ਜੀ ਬੰਗਲੇ ਨੂੰ ਮੱਥਾ ਟੇਕਦੇ ਨੇ। ਜਦੋਂ ਮੱਥਾ ਟੇਕਦੇ ਨੇ ਤਾਂ ਜਿਹੜੇ ਕੋਲ ਲੋਕ ਸਨ ਉਹਨਾਂ ਨੇ ਪੁੱਛਿਆ, ਉਹਨਾਂ ਨੇ ਸੋਚਿਆ ਕਿ ਮੱਥਾ ਸ਼ਾਇਦ ਤਾਂ ਟੇਕਦੇ ਨੇ ਕਿਤੇ, ਕਿਉਂਕਿ ਮਹਾਤਮਾ ਬੁੱਧ ਦਾ ਬਹੁਤ ਉੱਧਰ ਜ਼ੋਰ ਸੀ ਉਸ ਸਮੇਂ ਕਿ ਉਸ ਮੰਦਰ ਨੂੰ ਮੱਥਾ ਟੇਕ ਰਹੇ ਨੇ। ਉਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਇੱਥੇ ਕੌਣ ਰਹਿੰਦਾ ਹੈ? ਉਹ ਕਹਿੰਦੇ ਜੀ ਇੱਕ ਪੰਜਾਬ ਤੋਂ ਮਹਾਂਪੁਰਸ਼ ਆਏ ਨੇ, ਉਹ ਰਹਿੰਦੇ ਨੇ, ਬੜੀ ਬੰਦਗੀ ਵਾਲੇ ਨੇ, ਜੋ ਬਚਨ ਕਰਦੇ ਨੇ ਉਹ ਪੂਰਾ ਹੁੰਦਾ ਹੈ। ਸਾਡੇ ਲੋਕਾਂ ਦੇ, ਇੱਥੋਂ ਦੇ ਲੋਕਾਂ ਦੇ ਭਾਗ ਚੰਗੇ ਜਿਨ੍ਹਾਂ ਨੂੰ ਉਹਨਾਂ ਦੇ ਦਰਸ਼ਨ ਹੋਏ, ਭਾਗ ਮਾੜੇ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਨੇ ਉਹ ਇਸੇ ਮਹਾਂਪੁਰਸ਼ਾਂ ਨੂੰ, ਦੇਵਤਿਆਂ ਨੂੰ ਉੱਥੋਂ ਭੇਜ ਦਿੱਤਾ, ਆਪਣੇ ਕੋਲ ਰੱਖ ਕੇ ਉਹਨਾਂ ਦੀ ਸੇਵਾ ਨਹੀਂ ਕਰ ਸਕੇ। ਉਹ ਲੋਕ ਜਿਹੜੇ ਸਨ ਉਹ ਇਸ ਤਰ੍ਹਾਂ ਸ਼ੁਕਰ ਕਰਦੇ ਸਨ ਕਿ ਸਤਿਗੁਰੂ ਰਾਮ ਸਿੰਘ ਜੀ ਸਾਡੇ ਕੋਲ ਆਏ ਨੇ, ਸਾਨੂੰ ਦਰਸ਼ਨ ਦਿੰਦੇ ਨੇ, ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਉਹਨਾਂ ਦੇ ਲੋਕਾਂ ਦੀ ਵਿਚਾਰਧਾਰਾ ਸੀ। ਫਿਰ ਬਾਬਾ ਦਰਬਾਰਾ ਸਿੰਘ ਜੀ ਅੰਦਰ ਜਾਂਦੇ ਨੇ, ਸਤਿਗੁਰੂ ਰਾਮ ਸਿੰਘ ਜੀ ਨੂੰ ਜਾ ਕੇ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ। ਜਦੋਂ ਉਹ ਮੱਥਾ ਟੇਕਦੇ ਨੇ ਬਾਬਾ ਦਰਬਾਰਾ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਪੁੱਛਦੇ ਨੇ ਤੂੰ ਕੌਣ ਹੈ? ਬਾਬਾ ਦਰਬਾਰਾ ਸਿੰਘ ਜੀ ਅਰਜ਼ ਕਰਦੇ ਜੀ ਰਾਏਪੁਰ ਦਾ ਦਰਬਾਰਾ ਸਿੰਘ ਹਾਂ, ਮੈਨੂੰ ਸੰਗਤ ਨੇ, ਮਹਾਰਾਜ ਨੇ ਭੇਜਿਆ ਹੈ ਤੁਹਾਡੇ ਪਾਸ। ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਠੀਕ ਹੈ। ਹਲੇ ਇਹ ਬਚਨਕਾਰ ਹੀ ਰਹੇ ਸਨ, ਸਤਿਗੁਰੂ ਰਾਮ ਸਿੰਘ ਜੀ ਬਾਬਾ ਦਰਬਾਰਾ ਸਿੰਘ ਨਾਲ ਹਾਲ ਚਾਲ ਪੁੱਛ ਰਹੇ ਸਨ। ਮਗਰੋਂ ਸਿਪਾਹੀ ਆਇਆ, ਉਹਨੇ ਆਣ ਕੇ ਪੁੱਛਿਆ ਤੁਸੀਂ ਮੁਲਾਕਾਤ ਕਰਨੀ ਹੈ? ਉਹ ਕਹਿੰਦਾ ਜੀ ਮੁਲਾਕਾਤ ਕਰਨੀ ਹੈ। ਉਹ ਕਹਿੰਦਾ ਜੇ ਤੁਸੀਂ ਬਾਬਾ ਰਾਮ ਸਿੰਘ ਨਾਲ ਮੁਲਾਕਾਤ ਕਰਨੀ ਹੈ ਤਾਂ ਤੁਹਾਨੂੰ ਆਪਣੇ ਜ਼ਿਲ੍ਹੇ ਤੋਂ, ਭਾਵ ਪੰਜਾਬ ਜਾਓ ਵਾਪਸ, ਆਪਣੇ ਜ਼ਿਲ੍ਹੇ ਤੋਂ ਲੁਧਿਆਣੇ ਤੋਂ ਜਾ ਕੇ ਅਰਜ਼ੀ ਲਿਖ ਕੇ ਲਿਆਓ, ਉਹ ਪਰਮਿਸ਼ਨ ਦੇਣਗੇ, ਉਹ ਲਿਖ ਕੇ ਸਾਡੇ ਕੋਲ ਇੱਥੇ ਲਿਆਓ, ਫਿਰ ਤੁਹਾਨੂੰ ਮਿਲਣ ਦਿਆਂਗੇ, ਤੁਹਾਨੂੰ ਨਹੀਂ ਤਾਂ ਮਿਲਣ ਨਹੀਂ ਦਿੱਤਾ ਜਾਏਗਾ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਕਿ ਹੁਣ ਤੁਸੀਂ ਚਲੇ ਜਾਵੋ, ਬਾਹਰ ਅਸੀਂ ਜਦੋਂ ਸੈਰ ਕਰਨ ਆਵਾਂਗੇ ਫਿਰ ਮਿਲਾਂਗੇ। ਬਾਬਾ ਦਰਬਾਰਾ ਸਿੰਘ ਜੀ ਬਾਹਰ ਖੜ੍ਹੇ ਹੋ ਜਾਂਦੇ ਨੇ। ਉੱਧਰੋਂ ਸਮਾਂ ਆਉਂਦਾ ਹੈ ਸ਼ਾਮਾਂ ਦਾ, ਉਹ ਸੈਰ ਕਰਨ ਵਾਸਤੇ ਬੱਗੀ 'ਤੇ ਸਤਿਗੁਰੂ ਰਾਮ ਸਿੰਘ ਜੀ ਸਵਾਰ ਹੁੰਦੇ ਨੇ, ਸੈਰ ਕਰਨ ਲਈ ਬਾਹਰ ਨੂੰ ਚੱਲਦੇ ਨੇ। ਜਦੋਂ ਬਾਹਰ ਜਾ ਰਹੇ ਨੇ ਸੈਰ ਕਰਨ ਲਈ, ਅੱਗੇ ਬਾਬਾ ਦਰਬਾਰਾ ਸਿੰਘ ਜੀ ਖੜ੍ਹੇ ਸਨ, ਉਹਨਾਂ ਨੇ ਮੱਥਾ ਟੇਕਿਆ। ਸਤਿਗੁਰੂ ਰਾਮ ਸਿੰਘ ਜੀ ਬੱਗੀ ਤੋਂ ਉਤਰ ਗਏ। ਜਦੋਂ ਬੱਗੀ ਤੋਂ ਉਤਰ ਗਏ, ਬੱਗੀ ਤੋਂ ਉਤਰ ਕੇ ਬੱਗੀ ਪਿੱਛੇ ਪਿੱਛੇ ਆ ਰਹੀ ਹੈ, ਅੱਗੇ ਸਤਿਗੁਰੂ ਰਾਮ ਸਿੰਘ ਜੀ ਅਤੇ ਬਾਬਾ ਦਰਬਾਰਾ ਸਿੰਘ ਜੀ ਚੱਲੇ ਜਾ ਰਹੇ ਨੇ। ਫਿਰ ਸੱਚ ਪਾਤਸ਼ਾਹ ਜੀ ਬਚਨ ਕਰਦੇ ਨੇ ਬਾਬਾ ਦਰਬਾਰਾ ਸਿੰਘ ਨੂੰ, ਤੁਸੀਂ ਤੇ ਮੇਰਾ ਕਿਸੇ ਦੀ ਵੱਛੀ ਗਵਾਚ ਜਾਵੇ ਉਹਨਾਂ ਫਿਕਰ ਨਹੀਂ ਕੀਤਾ, ਜੇ ਕਿਸੇ ਮੁਰਗੀ ਦਾ ਬੱਚਾ ਗਵਾਚ ਜਾਵੇ ਉਹ ਵੀ ਮਾਲਕ ਆਪਣੀ ਮੁਰਗੀ ਦੇ ਬੱਚੇ ਨੂੰ ਲੱਭਦਾ ਹੈ, ਤੁਸੀਂ ਤੇ ਮੇਰਾ ਇੰਨਾ ਵੀ ਨਾ ਭਾਲ ਕੀਤੀ। ਬਾਬਾ ਦਰਬਾਰਾ ਸਿੰਘ ਜੀ ਮੱਥਾ ਟੇਕਦੇ ਨੇ, ਚਰਨਾਂ 'ਤੇ ਡਿੱਗਦੇ ਨੇ, ਅਰਜ਼ ਕਰਦੇ ਨੇ ਪਾਤਸ਼ਾਹ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਸੀ, ਸਾਨੂੰ ਤਾਂ ਕਿਤੋਂ ਵੀ ਹਾਲ ਨਹੀਂ ਸੀ ਪਤਾ ਲੱਗ ਰਿਹਾ,
ਸਾਨੂੰ ਤੇ ਕਿਤੇ ਆਪ ਜੀ ਉਸ ਬਾਰ ਬਟਨ ਦੀ ਮੇਨ ਦੇ ਮਨ ਵਿੱਚ ਵਸੇ ਹੋ ਅਤੇ ਤਾਂ ਸਾਨੂੰ ਪਤਾ ਲੱਗਾ ਕਿ ਆਪ ਜੀ ਇੱਥੇ ਰੰਗੂਨ ਵਿੱਚ ਹੋ। ਸਾਨੂੰ ਕੌਣ ਪਤਾ ਲੱਗਦਾ ਆ, ਸਾਨੂੰ ਕਿੱਥੋਂ ਪਤਾ ਲੱਗਣਾ ਸੀ ਤੁਸੀਂ ਇੱਥੇ ਆ ਗਏ ਹੋ। ਇਸ ਤਰ੍ਹਾਂ ਦੇ ਬਚਨ ਕਰਦੇ ਜਦੋਂ ਬਾਬਾ ਦਰਬਾਰਾ ਸਿੰਘ ਜੀ ਹਾਲੇ ਕੁਝ ਹੋਰ ਭੈਣੀ ਸਾਹਿਬ ਬਾਰੇ ਦੱਸਣਾ ਹੀ ਸੀ ਅਤੇ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਸਾਨੂੰ ਪਤਾ ਲੱਗ ਗਿਆ ਆ ਕਿ ਬਾਬਾ ਜੱਸਾ ਸਿੰਘ ਜੀ ਚੜ੍ਹਾਈ ਕਰ ਗਏ ਨੇ। ਸਾਨੂੰ ਇੱਥੇ ਖਬਰ ਪਹੁੰਚ ਗਈ ਸੀ ਉਹਨਾਂ ਦੀ। ਸਤਿਗੁਰੂ ਰਾਮ ਸਿੰਘ ਜੀ ਇਹ ਬਚਨ ਕਰ ਰਹੇ ਨੇ। ਪਿੱਛੋਂ ਜਿਹੜਾ ਫਰੰਗੀ ਅਫਸਰ ਸੀ, ਸਾਰਜਨ ਸੀ, ਉਹ ਵੀ ਨਾਲ ਭਾਈ ਨਾਨੂ ਸਿੰਘ ਦੇ ਤੁਰਿਆ ਆ ਰਿਹਾ ਸੀ। ਉਹਨੇ ਦੇਖਿਆ ਕਿ ਇਹ ਦੋਵੇਂ ਗੱਲਾਂ ਕਰ ਰਹੇ ਨੇ, ਪੰਜਾਬੀ ਵਿੱਚ ਕਰ ਰਹੇ ਨੇ। ਉਹਨੂੰ ਤਾਂ ਪੰਜਾਬੀ ਆਉਂਦੀ ਨਹੀਂ ਸੀ। ਉਹਨੇ ਆਖਿਆ ਕਿ ਤੁਸੀਂ ਕਿਉਂ ਬਾਤਾਂ ਕਰਦੇ ਹੋ, ਤੁਸੀਂ ਬਾਤ ਨਹੀਂ ਕਰ ਸਕਦੇ। ਜਦੋਂ ਉਹਨੇ ਇਸ ਤਰ੍ਹਾਂ ਬੋਲਿਆ ਸਾਗੂ ਰਾਮ ਸਿੰਘ ਜੀ ਨੂੰ, ਤੇ ਸੱਚ ਪਾਤਸ਼ਾਹ ਜੀ ਅੱਗੋਂ ਇਹੀ ਬਚਨ ਕੀਤਾ, ਕਿਉਂਕਿ ਨਾਲ ਇੱਕ ਆਪਾਂ ਜੇ ਕਹਿ ਲਈਏ ਸਿਪਾਹੀ ਹੁੰਦੇ ਸਨ ਜਿਨ੍ਹਾਂ ਨੂੰ ਪੰਜਾਬੀ ਹਿੰਦੀ ਥੋੜ੍ਹੀ ਥੋੜ੍ਹੀ ਬੋਲ ਲੈਂਦੇ ਸਨ ਕਈ, ਅਤੇ ਫਿਰ ਉਹ ਟਰਾਂਸਲੇਟ ਕਰਦੇ ਰਹਿੰਦੇ ਸਨ। ਉਹਨਾਂ ਨੇ ਆਖਿਆ ਕਿ ਸਾਡੇ ਦੇਸ਼ ਦਾ ਬੰਦਾ ਆਇਆ ਹੈ। ਸਾਗੂ ਰਾਮ ਸਿੰਘ ਨੇ ਆਖਿਆ ਮੇਰੇ ਦੇਸ਼ ਸੇ ਆਇਆ ਹੈ ਅਤੇ ਮੈਂ ਆਪਣੇ ਦੇਸ਼ ਦੀ ਸੁੱਖ ਸਾਂਦ ਪੁੱਛਦਾ ਮੈਂ, ਇਸ ਤੋਂ ਹੋਰ ਕੋਈ ਗੱਲ ਨਹੀਂ ਮੈਂ ਕਰਦਾ ਇਹਦੇ ਨਾਲ। ਫਿਰ ਉਹਨੇ ਆਖਿਆ ਕਿ ਜੇ ਤੁਸੀਂ ਇਸ ਤਰ੍ਹਾਂ ਹੀ ਚੱਲਣਾ ਆ ਅਤੇ ਤੁਸੀਂ ਗੱਲਾਂ ਨਹੀਂ ਕਰਨੀਆਂ, ਚੁੱਪ ਕਰਕੇ ਚੱਲਦੇ ਰਹੋ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਬਾਬਾ ਦਰਬਾਰਾ ਸਿੰਘ ਜੀ ਨੂੰ। ਕਿੰਨੀ ਦੇਰ ਚੱਲਦੇ ਰਹੇ, ਬਚਨ ਵੀ ਚੱਲਦੇ ਰਹੇ। ਹੁਕਮ ਕੀਤਾ ਕਿ ਰੋਜ਼ ਇਸੇ ਤਰ੍ਹਾਂ ਆਣ ਕੇ ਬੰਗਲੇ ਵਿੱਚ ਨਹੀਂ ਮਿਲਣ ਦਿੰਦੇ, ਇਸੇ ਤਰ੍ਹਾਂ ਹੀ ਬਾਹਰ ਆਣ ਕੇ ਸੈਰ ਕਰਨ ਆਇਆ ਕਰਾਂਗੇ ਅਤੇ ਇਸੇ ਤਰ੍ਹਾਂ ਹੀ ਮਿਲਿਓ। ਬਾਬਾ ਦਰਬਾਰਾ ਸਿੰਘ ਜੀ ਜਿੰਨੇ ਦਿਨ ਵੀ ਉੱਥੇ ਰਹੇ, ਉਹ ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਦਰਸ਼ਨ ਕਰਦੇ ਰਹੇ, ਰੋਜ਼ ਬਚਨ ਬਲਾਸ ਹੁੰਦੇ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਕਿ ਮੋਟਾ ਪ੍ਰਸ਼ਾਦਾ ਅਤੇ ਕਰੜਾ ਦਾਲਾ ਇਹ ਵਰਤਾਓ। ਜਿਸ ਦੀ ਦੇਗ ਮੋਟੀ ਹੋਵੇਗੀ, ਉਹ ਜਿਹੜਾ ਮੋਟਾ ਪ੍ਰਸ਼ਾਦਾ ਕਰੜਾ ਦਾਲਾ ਹੋਏਗਾ ਉਹਦੀ ਦੇਗ ਅਟੁੱਟ ਚੱਲੇਗੀ, ਅਤੇ ਜਿਹਦਾ ਪਤਲਾ ਪ੍ਰਸ਼ਾਦਾ ਪਤਲਾ ਦਾਲਾ ਹੋਏਗਾ ਉਸकी ਕਲਾ ਵੀ ਪਤਲੀ ਹੋਏਗੀ। ਜਦੋਂ ਇਹ ਬਚਨ ਕੀਤਾ, ਨਾਲ ਇੱਕ ਹੁਕਮਨਾਮਾ ਲਿਖ ਕੇ ਦਿੱਤਾ। ਇਸੇ ਟਾਈਮ ਪਹਿਲੇ ਦਰਸ਼ਨ ਵਾਰੀ ਜਦੋਂ ਬਾਬਾ ਦਰਬਾਰਾ ਸਿੰਘ ਜੀ ਗਏ ਨੇ, ਉਦੋਂ ਹੀ ਸਤਿਗੁਰੂ ਰਾਮ ਸਿੰਘ ਜੀ ਹੁਕਮ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਸ ਨੂੰ ਸਿਰ ਕਰਤਾ ਜਾਣਨਾ ਬਾਬਾ ਬੁੱਧ ਸਿੰਘ ਜੀ ਨੂੰ, ਭਾਵ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਇਹਦੇ ਧੱਕੇ ਨੂੰ ਮੈਂ ਨਹੀਂ ਬਖਸ਼ਾਂਗਾ, ਮੇਰੇ ਧੱਕੇ ਨੂੰ ਇਹ ਬਖਸ਼ ਲਵੇਗਾ। ਇਹਦਾ ਮਤਲਬ ਇਹ ਆ ਸਾਧ ਸੰਗਤ ਜੀ ਕਿ ਜਿਸ ਸਿੱਖ ਨੂੰ ਮੈਂ ਗੁੱਸੇ ਹੋ ਕੇ, ਨਾਰਾਜ਼ ਹੋ ਕੇ ਸੰਗਤ ਵਿੱਚੋਂ ਕੱਢਿਆ ਜਾਂ ਉਹਨੂੰ ਤਨਖਾਹੀਆ ਕੀਤਾ ਹੈ, ਪਰ ਸਤਿਗੁਰੂ ਹਰੀ ਸਿੰਘ ਜੀ ਅੱਜ ਤੋਂ ਬਾਅਦ ਇੰਨੇ ਸਮਰੱਥ ਨੇ ਕਿ ਇਹ ਉਹਨੂੰ ਬਖਸ਼ ਸਕਦੇ ਨੇ। ਪਰ ਜੇ ਉਹਨਾਂ ਨੇ ਕਿਸੇ ਸਿੱਖ ਨੂੰ ਕੱਢ ਦਿੱਤਾ ਸੰਗਤ ਵਿੱਚੋਂ, ਫਿਰ ਮੈਂ ਉਹਨੂੰ ਬਖਸ਼ ਨਹੀਂ ਸਕਦਾ। ਭਾਵ ਆਪਣੇ ਤੋਂ ਵੀ ਇਸ ਤਰ੍ਹਾਂ ਦਾ ਦਰਜਾ ਵੱਡਾ ਦੇ ਕੇ ਉਹਨਾਂ ਨੇ ਸਤਿਗੁਰੂ ਹਰੀ ਸਿੰਘ ਜੀ ਨੂੰ ਗੁਰਤਾ ਦਿੱਤੀ, ਹੁਕਮਨਾਮਾ ਲਿਖ ਕੇ ਭੇਜਿਆ। ਉਹ ਹੁਕਮਨਾਮਾ ਲੈ ਕੇ ਬਾਬਾ ਦਰਬਾਰਾ ਸਿੰਘ ਜੀ ਵਾਪਸ ਭੈਣੀ ਸਾਹਿਬ ਆਉਂਦੇ ਨੇ। ਜਦੋਂ ਭੈਣੀ ਸਾਹਿਬ ਆਉਂਦੇ ਨੇ, ਉਹ ਆਣ ਕੇ ਅਰਜ਼ ਕਰਦੇ ਨੇ, ਸਤਿਗੁਰੂ ਹਰੀ ਸਿੰਘ ਜੀ ਨੂੰ ਦੱਸਦੇ ਨੇ ਵੀ ਹੁਕਮ ਹੋਇਆ ਮੋਟਾ ਪ੍ਰਸ਼ਾਦਾ ਅਤੇ ਕਰੜੇ ਦਾਲੇ ਦਾ। ਅਤੇ ਲਾਂਗਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਤਿਗੁਰੂ ਹਰੀ ਸਿੰਘ ਜੀ ਆਣ ਕੇ ਬਚਨ ਕਰ ਦਿੱਤਾ ਸੀ ਵੀ ਲਾਂਗਰੀਆਂ ਨੂੰ ਵੀ ਹੁਕਮ ਹੋਇਆ ਕਿ ਪ੍ਰਸ਼ਾਦਾ ਮੋਟਾ ਰੱਖਣਾ, ਦਾਲਾ ਕਰੜਾ ਰੱਖਣਾ, ਕਿਉਂਕਿ ਥਾਲੀਆਂ ਤਾਂ ਹੁੰਦੀਆਂ ਨਹੀਂ ਸਨ ਉਸ ਵੇਲੇ, ਅਤੇ ਪ੍ਰਸ਼ਾਦਾ ਮੋਟਾ ਹੋਏਗਾ। ਜਦੋਂ ਉਹਦੇ ਵਿੱਚ ਪ੍ਰਸ਼ਾਦੇ ਵਿੱਚ ਦਾਲਾ ਰੱਖੋਗੇ ਤੁਸੀਂ, ਉਹ ਛਕਣਾ ਔਖਾ ਹੋ ਜਾਂਦਾ ਸੀ ਪਤਲਾ। ਜੇ ਮੋਟਾ ਪ੍ਰਸ਼ਾਦਾ ਹੋਏਗਾ ਤਾਂ ਮੋਟਾ ਹੀ ਦਾਲਾ ਹੋਏਗਾ, ਕਰੜਾ ਹੋਏਗਾ, ਉਹ ਛਕਣਾ ਸੌਖਾ ਹੋ ਜਾਂਦਾ ਸੀ। ਉਹ ਟਾਈਮ ਮਿਲਾ ਕੇ ਦੇਖਿਆ ਕਿ ਜਿੱਦਣ ਸਤਿਗੁਰੂ ਰਾਮ ਸਿੰਘ ਜੀ ਰੰਗੂਨ ਹੁਕਮ ਕੀਤਾ ਸੀ, ਉਸੇ ਟਾਈਮ ਹੀ ਸਤਿਗੁਰੂ ਹਰੀ ਸਿੰਘ ਜੀ ਸੰਗਤ ਵਿੱਚ ਆਣ ਕੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਸੀ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਪ੍ਰਸ਼ਾਦਾ ਪਕਾਉਣਾ। ਸੋ ਸਾਧ ਸੰਗਤ ਜੀ, ਸਮਾਂ ਸਮਾਪਤ ਆ। ਸਤਿਗੁਰੂ ਰਾਮ ਸਿੰਘ ਜੀ ਨੇ ਸੰਗਤ ਨੂੰ ਸਤਿਗੁਰੂ ਹਰੀ ਸਿੰਘ ਦੇ ਲੜ ਲਾਇਆ। ਅੱਜ ਤੋਂ ਬਾਅਦ ਇਹਨੂੰ ਸਿਰ ਕਰਤਾ ਜਾਣਨਾ, ਇਹ ਬਾਬਾ ਦਰਬਾਰਾ ਸਿੰਘ ਜੀ ਹੁਕਮਨਾਮਾ ਲੈ ਕੇ ਆਏ ਸੀ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਿਆ। ਭੁੱਲ ਚੁੱਕ ਮਾਫ, ਮੈਂ ਇੰਨਾ ਕੁਝ ਕਹਿੰਦਾ ਖਿਮਾ ਦਾ ਜਾ ਚੁੱਕਾ। ਸਤਿ ਸ੍ਰੀ ਅਕਾਲ।